आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਹਰਗੋਬਿੰਦ ਨਿਕਟ ਹੋਇ, ਧੀਰ ਮਲ ਕਰ ਬੰਦ। ਬੰਦਨ ਕਰ ਅਰਬਿੰਦ ਪਦ, ਬੈਠਿਓ ਮਾਨ ਬਿਲੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਗੁਰੂ ਚਰਨਾਂ 'ਚ ਬੈਠ ਕੇ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਦਾ ਆਨੰਦ ਮਾਣ ਰਹੇ ਸੀ। ਆਓ ਹੁਣ ਮਨ ਬਿਰਤੀਆਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਇਕਾਗਰ ਕਰੀਏ। ਸਤਿਗੁਰੂ ਜੀ ਨੇ ਸੰਗਤਾਂ ਨੂੰ ਹੁਕਮਨਾਮੇ ਭੇਜ ਕੇ ਬੁਲਾਇਆ ਵੀ ਸਾਰੀ ਸੰਗਤ ਦੇਸਾਂ ਪ੍ਰਦੇਸਾਂ ਤੋਂ, ਉੱਤਰ ਦੱਖਣ ਪੂਰਬ ਪੱਛਮ ਤੋਂ ਸ੍ਰੀ ਕੀਰਤਪੁਰ ਸਾਹਿਬ ਆਵੇ। ਦੂਰ ਦੇਸਾਂ ਦੀਆਂ ਸੰਗਤਾਂ ਨੂੰ ਪਹਿਲਾਂ ਹੀ ਹੁਕਮਨਾਮੇ ਭੇਜ ਦਿੱਤੇ ਤਾਂ ਕਿ ਉਹ ਦੂਰੋਂ ਚੱਲ ਕੇ ਆਉਣਾ ਹੈ, ਪਹਿਲਾਂ ਹੀ ਤਿਆਰੀ ਕਰਕੇ ਆ ਜਾਣ। ਬਾਕੀ ਨੇੜੇ ਮਾਝੇ, ਮਾਲਵੇ, ਦੁਆਬੇ, ਪੁਆਧ ਸਾਰੇ ਇਲਾਕਿਆਂ ਵਿੱਚ ਸਿੱਖ ਰਹਿੰਦੇ ਸਨ, ਉਹਨਾਂ ਨੂੰ ਮਹਾਰਾਜ ਨੇ ਸੱਦੇ ਭੇਜ ਦਿੱਤੇ। ਮਸੰਦਾਂ ਨੂੰ ਖਾਸ ਕਰਕੇ ਮੁਖੀ ਮਸੰਦਾਂ ਨੂੰ ਹੀ ਮਹਾਰਾਜ ਸੱਦਾ ਭੇਜਦੇ ਸਨ। ਮਸੰਦ ਫਿਰ ਅੱਗੇ ਜਿਹੜੇ ਇਲਾਕੇ ਦੀਆਂ ਸੰਗਤਾਂ ਹੁੰਦੀਆਂ ਸਨ ਉਹਨਾਂ ਨੂੰ ਗੁਰੂ ਦਾ ਸੰਦੇਹਾ ਲਾ ਦਿੰਦੇ ਸਨ, ਅਤੇ ਇਸ ਤਰ੍ਹਾਂ ਸਾਰੀਆਂ ਸੰਗਤਾਂ ਉਸ ਇਲਾਕੇ ਦੀਆਂ ਇੱਕ ਥਾਂ 'ਤੇ ਇਕੱਠੀਆਂ ਹੋ ਜਾਂਦੀਆਂ ਸਨ। ਜਿਹੜੇ ਆਪ ਆਉਣਾ ਚਾਹੁੰਦੇ ਸਨ ਉਹ ਨਾਲ ਆ ਜਾਂਦੇ ਸਨ ਭੇਟਾ ਲੈ ਕੇ, ਜਿਹੜੇ ਨਹੀਂ ਸੀ ਆ ਸਕਦੇ ਉਹ ਆਪਣਾ ਦਸਵੰਧ ਮਸੰਦਾਂ ਦੇ ਹੱਥ ਸੌਂਪ ਦਿੰਦੇ ਸਨ, ਉਹ ਮਹਾਰਾਜ ਕੋਲ ਪਹੁੰਚਾ ਦਿੰਦੇ ਸਨ। ਇਸ ਤਰ੍ਹਾਂ ਦੀ ਗੁਰੂ ਪੰਥ ਦੀ ਵਿਵਸਥਾ ਗੁਰੂ ਸਾਹਿਬਾਂ ਨੇ ਕਾਇਮ ਕੀਤੀ ਸੀ। ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਮਰਜ਼ਾਦਾ ਉਸੇ ਤਰ੍ਹਾਂ ਜਾਰੀ ਹੈ। ਛੇਵੇਂ ਪਾਤਸ਼ਾਹ ਦੇ ਸਮੇਂ ਮਹਾਰਾਜ ਜੀ ਨੇ ਹੁਕਮਨਾਮੇ ਭੇਜ ਕੇ ਸੰਗਤਾਂ ਨੂੰ ਸੱਦਿਆ ਹੈ। ਦੇਸਾਂ ਪ੍ਰਦੇਸਾਂ ਤੋਂ ਸੰਗਤਾਂ ਜਿਹੜੀਆਂ ਹਨ ਕੀਰਤਪੁਰ ਸਾਹਿਬ ਵੱਲ ਆਈਆਂ। ਮਹਾਰਾਜ ਨੇ ਆਪਣੀ ਵੱਡੀ ਨੂੰਹ ਨੂੰ ਮਾਤਾ ਨੱਤੀ ਜੀ ਨੂੰ ਭੇਜਿਆ ਵੀ ਤੁਸੀਂ ਕਰਤਾਰਪੁਰ ਜਾਓ ਅਤੇ ਜਾ ਕੇ ਆਪਣੇ ਪੁੱਤਰ ਧੀਰਮਲ ਨੂੰ ਇੱਥੇ ਲੈ ਕੇ ਆਓ। ਮਾਤਾ ਨੱਤੀ ਗਈ, ਬੜਾ ਸਮਝਾ ਬੁਝਾ ਕੇ ਧੀਰਮਲ ਨੂੰ ਲੈ ਆਈ। ਧੀਰਮਲ ਆਇਆ ਹੈ ਗੁਰੂ ਸਾਹਿਬ ਦੇ ਦਰਬਾਰ ਵਿੱਚ, ਕਿਵੇਂ ਪੇਸ਼ ਆਉਂਦਾ ਹੈ, ਅੱਜ ਇਹੀ ਕਥਾ ਚੱਲਣੀ ਹੈ। ਮਨ ਬਿਰਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਇਕਾਗਰ ਕਰਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਹਰਗੋਬਿੰਦ ਨਿਕਟ ਹੋਇ। ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਸੀ ਅਤੇ ਬਾਬਾ ਧੀਰਮਲ ਜੀ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਆਏ ਹਨ ਅਤੇ ਗੁਰੂ ਮਹਾਰਾਜ ਦੇ ਕੋਲ ਆ ਕੇ ਧੀਰ ਮਲ ਕਰ ਬੰਦ, ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ, ਆਪਣੇ ਦਾਦਾ ਜੀ ਨੂੰ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕਣ ਲੱਗੇ ਹਨ। ਬੰਦਨ ਕਰ ਅਰਬਿੰਦ ਪਦ, ਮਹਾਰਾਜ ਦੇ ਚਰਨ ਕਮਲਾਂ 'ਤੇ ਮੱਥਾ ਟੇਕਿਆ ਬਾਬੇ ਧੀਰਮਲ ਨੇ। ਬੈਠਿਓ ਮਾਨ ਬਿਲੰਦ, ਤੇ ਬੜੇ ਮਾਣ ਦੇ ਨਾਲ, ਹੰਕਾਰ ਬੜਾ ਸੀਗਾ ਧੀਰਮਲ ਦੇ ਵਿੱਚ, ਉੱਦਾਂ ਹੀ ਬੜੀ ਆਕੜ ਦੇ ਨਾਲ ਮੱਥਾ ਤਾਂ ਟੇਕਣਾ ਮਜਬੂਰੀ ਹੁੰਦੀ ਕਈ ਲੋਕਾਂ ਦੀ, ਦਿਲੋਂ ਨਹੀਂ ਟੇਕਦੇ, ਉੱਤੋਂ ਹੀ ਜਿਵੇਂ ਸਮਾਜ ਦੀ ਰੀਤ ਹੁੰਦੀ ਉਹਦੇ ਮੁਤਾਬਕ ਮੱਥਾ ਟੇਕਿਆ ਅਤੇ ਬੜੇ ਮਾਣ ਦੇ ਨਾਲ, ਹੰਕਾਰ ਦੇ ਨਾਲ ਬੈਠ ਗਿਆ। ਚਉਪਈ ਸਤਿਗੁਰ ਕਹਿਓ ਕੁਸ਼ਲ ਸੋ ਅਹੈ। ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਕਹਿਣ ਲੱਗੇ, ਧੀਰਮਲ ਪੁੱਤਰ ਠੀਕ ਹੋ, ਰਾਜੀ ਖੁਸ਼ੀ ਹੋ, ਹਾਲ ਚਾਲ ਸਤਿਗੁਰਾਂ ਨੇ ਪੁੱਛਿਆ। ਪੁਰ ਕਰਤਾਰ ਰਹਿਨ ਸ਼ੁਭ ਚਾਹੈ, ਤੇਰਾ ਦਿਨ ਕਰਤਾਰਪੁਰ ਬੜਾ ਲੱਗਦਾ। ਮਹਾਰਾਜ ਕਹਿੰਦੇ ਤੂੰ ਕਰਤਾਰਪੁਰ ਰਹਿਣਾ ਪਸੰਦ ਕਰਦਾ ਹੈ। ਹਾਥ ਜੋਰ ਕਰ ਗਿਰਾ ਬਖਾਨੀ, ਮਹਾਰਾਜ ਦਾ ਸਵਾਲ ਸੁਣ ਕੇ ਧੀਰਮਲ ਨੇ ਹੱਥ ਜੋੜ ਕੇ ਆਖਿਆ, ਤੁਮਰੇ ਪੁਰ ਕੀ ਰੱਛਾ ਠਾਨੀ। ਮਹਾਰਾਜ ਤੁਹਾਡੇ ਪਿੰਡ ਦੀ ਰੱਖਿਆ ਕੀਤੀ ਹੈ ਮੈਂ, ਤੁਹਾਡਾ ਕਰਤਾਰਪੁਰ ਮੈਂ ਬਚਾ ਲਿਆ ਹੈ। ਕਰ ਕੈ ਸੰਧ ਸ਼ਾਹੋ ਕੈ ਸੰਗ, ਮੈਂ ਬਾਦਸ਼ਾਹ ਨਾਲ ਸੰਧੀ ਕਰ ਲਈ ਸੀ, ਮੈਂ ਬਾਦਸ਼ਾਹ ਨਾਲ ਸੁਲ੍ਹਾ ਕਰ ਲਈ ਸੀ। ਰਿਸ ਨਿਵਾਰ ਕਰ ਰਾਖਿਓ ਰੰਗ, ਮੈਂ ਉਹਦਾ ਗੁੱਸਾ ਠੰਡਾ ਕਰਤਾ ਤੇ ਪ੍ਰੇਮ ਬਣ ਗਿਆ। ਹੁਣ ਮੇਰੀ ਬਾਦਸ਼ਾਹ ਨਾਲ ਬਣ ਆਉਂਦੀ। ਨਾਲੇ ਗੁਰੂ ਸਾਹਿਬ ਨੂੰ ਆਪਣਾ ਦੱਸ ਰਿਹਾ ਵੀ ਮੇਰੀ ਪੋਜੀਸ਼ਨ ਕੀ ਹੈ, ਮੇਰੀ ਬਾਦਸ਼ਾਹ ਤੱਕ
ਪਹੁੰਚ ਹੈ, ਮੈਂ ਤੁਸੀਂ ਤੇ ਵਿਗਾੜ ਲਈ ਸੀ ਤੇ ਮੈਂ ਸੁਧਾਰ ਲਈ ਹੈ। ਇਹ ਗੁਰੂ ਸਾਹਿਬ ਨੂੰ ਜਿਤਾਉਣਾ ਚਾਹੁੰਦਾ ਹੰਕਾਰ ਦੇ ਵਿੱਚ। ਹਾਂਜੀ, ਸੁਨਤ ਕਪਟ ਕੀ ਬਾਤ ਵਡੇਰੀ। ਕਪਟ ਦੀ ਗੱਲ ਸੀ, ਅੰਦਰ ਖੋਟ ਸੀਗੀ, ਹੰਕਾਰ ਨਾਲ ਕਪਟ ਨਾਲ ਇਹ ਗੱਲ ਕਰ ਰਿਹਾ ਸੀ। ਇਹ ਕਪਟ ਦੀ ਗੱਲ ਸੁਣ ਕੇ ਆਛੋ ਕਰਿਓ ਕਹਿਓ ਤਿਸ ਬੇਰੀ। ਮਹਾਰਾਜ ਨੇ ਸਿਰਫ ਇੰਨਾ ਹੀ ਆਖਿਆ, ਚੰਗਾ ਕੀਤਾ, ਹੋਰ ਕੁਝ ਨਹੀਂ ਕਿਹਾ। ਕਹਿੰਦੇ ਬਸ ਠੀਕ ਹੈ, ਚੰਗਾ ਕੀਤਾ ਕਹਿੰਦੇ। ਹਾਂਜੀ, ਡੇਰਾ ਕਰ ਤਬ ਨਿਸਾ ਬਿਤਾਈ। ਧੀਰਮਲ ਨੇ ਰਾਤ ਉੱਥੇ ਰਹਿਣਾ ਹੀ ਸੀ, ਆਇਆ ਜੋ ਸੀਗਾ, ਡੇਰਾ ਕਰਕੇ ਘਰ ਦੇ ਵਿੱਚ ਰਿਹਾ ਆਪਣੀ ਮਾਂ ਦੇ ਨਾਲ, ਪੁੱਤੋ ਫਾਗ ਹੋਰੀ ਨੇਰਾਈ। ਕਿਉਂਕਿ ਹੋਲੇ ਮਹੱਲੇ ਦੇ ਦਿਨ ਨੇੜੇ ਆ ਰਹੇ ਸਨ, ਹੋਲੀ ਦੀਆਂ ਹੋਲੀਆਂ ਸ਼ੁਰੂ ਹੋ ਚੁੱਕੀਆਂ ਸਨ। ਨੇਰੇ ਪੁਰ ਗ੍ਰਾਮਨ ਕੋ ਮੇਲਾ। ਜਿਹੜੇ ਨੇੜੇ ਨੇੜੇ ਕੀਰਤਪੁਰ ਸਾਹਿਬ ਦੇ ਲਾਗੇ ਪਿੰਡ ਸਨ, ਉਹਨਾਂ ਪਿੰਡਾਂ ਦੇ ਲੋਕ ਹੋਲੀ ਦੇ ਵੀ ਆ ਜਾਂਦੇ ਸਨ ਗੁਰੂ ਸਾਹਿਬ ਕੋਲ। ਹੋਲੀ ਦਾ ਮੇਲਾ ਮਹਾਰਾਜ ਨੇ, ਜਿੰਨੇ ਵੀ ਮੇਲੇ ਹੈ ਨਾ ਸਾਧ ਸੰਗਤ ਜੀ, ਪਹਿਲਾਂ ਸਾਡੇ ਸਮਾਜ ਵਿੱਚ ਚੱਲਦੇ ਸੀ। ਦੀਵਾਲੀ ਵੀ, ਦੁਸ਼ਹਿਰਾ ਵੀ ਔਰ ਵਿਸਾਖੀ ਵੀ, ਇਸੇ ਤਰ੍ਹਾਂ ਹੋਲੀ ਅਤੇ ਰੱਖੜੀ, ਇਹ ਮੇਲੇ ਪਹਿਲਾਂ ਚੱਲਦੇ ਸਨ। ਲੋਕ ਮੰਦਰਾਂ ਵਿੱਚ ਜਾਂ ਤੀਰਥਾਂ 'ਤੇ ਵੀ ਜਾਂਦੇ ਸਨ, ਜਾਂ ਆਪਣੇ ਆਪਣੇ ਗੁਰੂਆਂ ਨੂੰ ਜਿਨ੍ਹਾਂ ਨੂੰ ਮੰਨਦੇ ਸਨ ਉਹਨਾਂ ਕੋਲ ਵੀ ਜਾਂਦੇ ਸਨ। ਅਤੇ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ 'ਚ ਵੀ ਦੁਨੀਆ ਜਿਹੜੀ ਸੀ ਪਈ ਹੋਈ ਸੀ। ਗੁਰੂ ਸਾਹਿਬ ਨੇ ਉਹਨਾਂ ਮੇਲਿਆਂ ਨੂੰ ਹੀ ਪ੍ਰਚਾਰ ਦਾ ਸਾਧਨ ਬਣਾ ਤਾ। ਨਵੇਂ ਮੇਲੇ ਲਾਣੇ ਬੜੇ ਔਖੇ ਹੁੰਦੇ, ਜੇ ਆਪਾਂ ਕਹੀਏ ਨਾ ਵੀ ਬਿਲਕੁਲ ਨਵਾਂ ਕੰਮ ਸ਼ੁਰੂ ਕਰੀਏ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ। ਅਤੇ ਜੇ ਕਹਿ ਦਈਏ ਵੀ ਦਿਵਾਲੀ ਦਾ ਮੇਲਾ, ਅਤੇ ਹੁਣ ਦਿਵਾਲੀ ਤਾਂ ਸੁਣੀ ਹੁੰਦੀ ਹੈ, ਚਲੋ ਜੀ ਦਿਵਾਲੀ ਦਾ ਮੇਲਾ ਕੀਰਤਪੁਰ ਚੱਲਦੇ ਹਾਂ। ਵਿਸਾਖੀ ਦਾ ਮੇਲਾ, ਚਲੋ ਜੀ ਕੀਰਤਪੁਰ ਚੱਲਦੇ ਹਾਂ। ਹੋਲੀ ਦਾ ਮੇਲਾ, ਚਲੋ ਜੀ ਕੀਰਤਪੁਰ ਚੱਲਦੇ ਹਾਂ। ਸੋ ਵਿਸਾਖੀ ਅਤੇ ਦਿਵਾਲੀ ਦੇ ਮੇਲੇ ਤਾਂ ਗੁਰੂ ਘਰ 'ਚ ਵੱਡੇ ਲੱਗਦੇ ਸਨ। ਹੁਣ ਗੁਰੂ ਸਾਹਿਬ ਨੇ ਹੋਲੀ ਦਾ ਮੇਲਾ ਵੀ ਜਿਹੜਾ ਸੀ ਨਾ ਕੀਰਤਪੁਰ ਸਾਹਿਬ, ਇਲਾਕੇ ਇਲਾਕੇ ਦੀਆਂ ਸੰਗਤਾਂ, ਦੂਰ ਦੀਆਂ ਸੰਗਤਾਂ ਨੂੰ ਨਹੀਂ ਬੁਲਾਉਂਦੇ ਨਹੀਂ, ਪਰ ਜਿਹੜੀਆਂ ਨੇੜੇ ਦੀਆਂ ਸੰਗਤਾਂ ਉਹ ਹੋਲੀ 'ਤੇ ਵੀ ਆਉਣ ਲੱਗ ਪਈਆਂ। ਆਇਓ ਦਰਸ਼ਨ ਕਰਨ ਸੁਹੇਲਾ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਕੀਰਤਪੁਰ ਸਾਹਿਬ ਦੇ ਲਾਗੇ ਦੇ ਪਿੰਡਾਂ ਦੇ ਸਿੱਖ ਜਿਹੜੇ ਹਨ ਉਹ ਆ ਜਾਂਦੇ ਸਨ, ਅਤੇ ਹੋਲੀ 'ਤੇ ਵੀ ਛੋਟਾ ਜਿਹਾ ਮੇਲਾ ਭਰਦਾ ਸੀ। ਗੁਰ ਕੀ ਕਾਰ ਕਿਤਕ ਲੈ ਆਏ। ਅਤੇ ਕਈ ਪਿੰਡਾਂ ਦੇ ਸਿੱਖ ਜਿਹੜੇ ਸਨ ਗੁਰੂ ਵਾਸਤੇ, ਲੰਗਰਾਂ ਵਾਸਤੇ ਰਸਤਾਂ ਬਸਤਾਂ ਕਾਰ ਭੇਟਾ ਲੈ ਆਉਂਦੇ ਸਨ। ਢਿਗ ਢਿਗ ਕੋ ਮੇਲਾ ਸਮੁਦਾਏ। ਲਾਗੇ ਲਾਗੇ ਪਿੰਡਾਂ ਦਾ ਮੇਲਾ ਸੀ। ਇਹ ਵੱਡਾ ਮੇਲਾ ਬਾਅਦ 'ਚ 10ਵੇਂ ਪਾਤਸ਼ਾਹ ਨੇ ਬਣਾਇਆ। 1701 ਦੇ ਵਿੱਚ ਮਹਾਰਾਜ ਨੇ ਜਦੋਂ ਖਾਲਸਾ ਪੰਥ 1699 'ਚ ਸਾਜਿਆ, ਅਤੇ ਖਾਲਸੇ ਦਾ ਇੱਕ ਮੇਲਾ ਵੱਡਾ ਜਿਹੜਾ ਸੀ ਉਹ ਹੋਲਾ ਮਹੱਲਾ ਸ਼ੁਰੂ ਕੀਤਾ। ਸ਼ਸਤਰ ਵਿੱਦਿਆ ਦਾ ਅਭਿਆਸ ਕਰਨਗੇ ਸਿੰਘ, ਸ਼ਾਹੀ ਸ਼ਾਨ ਦੇ ਨਾਲ ਚੜ੍ਹਨਗੇ, ਜਾਹੋ ਜਲਾਲ ਨਾਲ ਚੜ੍ਹਨਗੇ, ਘੋੜਿਆਂ 'ਤੇ ਸ਼ਸਤਰਾਂ ਨਾਲ ਲੈਸ ਹੋ ਕੇ ਫੌਜਾਂ ਚੜ੍ਹਨਗੀਆਂ। ਇਹ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਫੁਰਨਾ ਕੀਤਾ ਸੀ, ਉਦੋਂ ਹੀ ਹੋਲਾ ਮਹੱਲਾ ਬਣਿਆ। ਪਹਿਲਾਂ ਇਹ ਛੋਟੇ ਪੱਧਰ 'ਤੇ ਮੇਲੇ ਲੱਗਦੇ ਸਨ, ਹੋਲੀ ਹੋ ਗਈ ਅਤੇ ਰੱਖੜੀ ਹੋ ਗਈ, ਇੱਦਾਂ ਦੇ ਮੇਲੇ ਜਿਹੜੇ ਸਧਾਰਨ ਮੇਲੇ ਸਨ, ਛੋਟੇ ਮੇਲੇ ਸਨ। ਮਹਾਰਾਜ 10ਵੇਂ ਪਾਤਸ਼ਾਹ ਨੇ ਹੋਲਾ ਮਹੱਲਾ ਜਿਹੜਾ ਹੈ ਉਹ ਵੱਡੀ ਪੱਧਰ 'ਤੇ ਮਨਾਇਆ। ਪਰ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ 'ਤੇ ਛੋਟਾ ਜਿਹਾ ਇੱਕ ਮੇਲਾ, ਕਹਿ ਲਓ 150 ਪਿੰਡਾਂ ਦੀ ਸੰਗਤ, ਲਾਗੇ ਲਾਗੇ ਬੰਨੇ ਦੀ ਸੰਗਤ, ਕੋਈ ਰੋਪੜ ਦੀ ਸੰਗਤ, ਕੋਈ ਨੰਗਲ ਦੀ ਸੰਗਤ, ਕੋਈ ਨਾਲਾਗੜ੍ਹ ਦੀ, ਇਲਾਕੇ ਦੀਆਂ ਸੰਗਤਾਂ, ਮਾਖੋਵਾਲ ਦੀਆਂ, ਸਾਰੀਆਂ ਉੱਥੇ ਆ ਜਾਂਦੀਆਂ ਸਨ। ਹਾਂਜੀ, ਖੇਲਤ ਫਾਗ ਸੰਗਤਾਂ ਸਾਰੀ। ਸੰਗਤਾਂ ਫਾਗ ਹੋਲੀ ਖੇਡਦੀਆਂ ਸਨ। ਰੰਗ ਗੁਲਾਲ ਅੰਬੀਰ ਨਡਾਰੀ। ਗੁਲਾਲ ਅੰਬੀਰ ਜਿਹੜੇ ਵਧੀਆ ਰੰਗ, ਅੱਜ ਕੱਲ੍ਹ ਤੇ ਸਾਧ ਸੰਗਤ ਜੀ ਅੱਖਾਂ 'ਚ ਪੈ ਜਾਣ ਨਾ ਤੇ ਅੱਖਾਂ ਦੀਆਂ ਹੋ ਜਾਂਦੀਆਂ, ਇਹੋ ਜਿਹੇ ਰੰਗ ਘਟੀਆ ਕਿਸਮ ਦੇ ਬਾਜ਼ਾਰ 'ਚ ਚੱਲਦੇ। ਇਹ ਰੰਗ ਨਹੀਂ ਪਾਉਣੇ ਚਾਹੀਦੇ, ਨੁਕਸਾਨ ਕਰਦੇ ਸਰੀਰ ਦਾ। ਪਰ ਜਿਹੜੇ ਗੁਰੂ ਸਾਹਿਬ ਦੇ ਸਮੇਂ ਰੰਗ ਸਨ, ਗੁਲਾਲ ਸੀਗਾ, ਅੰਬੀਰ ਸੀ, ਕੇਸਰ ਸੀ, ਵਧੀਆ ਵਧੀਆ ਚੀਜ਼ਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਵਰਤਦੇ ਸੀ ਦਰਬਾਰ 'ਚ। ਉਹਦੀ ਖੁਸ਼ਬੂ ਹੀ ਬੜੀ ਵਧੀਆ ਹੁੰਦੀ ਸੀ, ਆਨੰਦ ਹੀ ਬੜਾ ਹੁੰਦਾ ਸੀ। ਭਾਈ ਨੰਦ ਲਾਲ ਜੀ ਨੇ ਲਿਖਿਆ ਹੈ, ਗੁਲਾਬੋ ਅੰਬਰੋ ਮੁਸ਼ਕੋ ਅੰਬੀਰੋ ਚੂੰ 12 ਬਾਰ ਸੇ ਅੱਜ ਸੂ ਬਸੂ ਕਰਦ ਜ਼ਹੇ ਪਿਚਕਾਰੀਏ ਪੁਰ ਜ਼ਾਫਰਾਨੀ ਕਿ ਹਰ ਬੇ ਰੰਗ ਰਾ ਖੁਸ਼ ਰੰਗੋ ਬੂ ਕਰਦ। ਕਿ ਕਲਗੀਧਰ ਦੇ ਹੱਥ ਦੀ ਐਸੀ ਪਿਚਕਾਰੀ ਚੱਲੀ ਹੈ ਕਿ ਹਰ ਬੇਰੰਗ ਨੂੰ ਰੰਗ ਲੱਗ ਗਿਆ ਹੈ। ਗੁਲਾਲ ਅਫਸਾਨੀਏ ਦਸਤੇ ਮੁਬਾਰਕ ਜ਼ਮੀਨੋ ਆਸਮਾਂ ਰਾਜ ਸੁਰਖਰੂ ਕਰਦ
ਹਜੂਰ ਨੇ ਆਪਣੇ ਪਵਿੱਤਰ ਹੱਥਾਂ ਨਾਲ ਐਸਾ ਗੁਲਾਲ ਉਡਾਇਆ ਹੈ, ਜ਼ਮੀਨ ਵੀ ਰੰਗੀ ਗਈ, ਆਸਮਾਨ ਵੀ ਰੰਗਿਆ ਗਿਆ ਹੈ। ਸੋ ਖਾਲਸੇ ਦੇ ਵਿੱਚ ਹੋਲੇ ਮਹੱਲੇ 'ਤੇ ਕੇਵਲ ਗੁਲਾਲ ਰੰਗ ਉਡਾਉਣ ਦਾ ਵਿਧਾਨ ਚੱਲਿਆ ਹੁੰਦਾ ਹੈ। ਕਈ ਲੋਕ ਜਿਹੜੇ ਆ ਨਵੇਂ ਜੰਮੇ ਹਨ, ਕੱਟੜਪੰਥੀ, ਖਾਸ ਕਰਕੇ ਜਿਹੜੇ ਨਵੇਂ ਮੀਡੀਆ ਦੇ ਆਪਣੇ ਆਪ ਨੂੰ ਬੜੇ ਸਿਆਣੇ ਬਣਦੇ ਆ, ਉਹ ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਪੁੱਠਾ ਪ੍ਰਚਾਰ ਸ਼ੁਰੂ ਕੀਤਾ 3-4 ਸਾਲ ਤੋਂ ਜੀ, ਰੰਗ ਉਡਾਈ ਜਾਂਦੇ ਆ। ਹੁਣ ਜਿਹੜਾ ਰੰਗ ਆਮ ਲੋਕ ਉਡਾਉਂਦੇ ਆ ਉਹਦੇ ਵਿੱਚ ਤੇ ਖਾਲਸੇ ਦੇ ਗੁਲਾਲ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਸੋ ਸਾਧ ਸੰਗਤ ਜੀ, ਕਿਸੇ ਵੀ ਗੱਲ ਨੂੰ ਬਿਨਾਂ ਵਿਚਾਰੇ, ਬਿਨਾਂ ਤੱਥਾਂ ਤੋਂ ਕਰਨਾ ਨਹੀਂ ਚਾਹੀਦਾ। ਸਾਡੇ ਕੋਲ ਤੱਥ ਮੌਜੂਦ ਹਨ, ਇੱਥੇ ਵੀ ਜ਼ਿਕਰ ਆ ਰਿਹਾ। ਕਵੀ ਜੀ ਲਿਖ ਰਹੇ ਹਨ, ਹਾਂਜੀ, ਗਾਵਹਿ ਸ਼ਬਦ ਆਨੰਦ ਬਿਲੰਦੈ। ਕਹਿੰਦੇ ਰੰਗ ਗੁਲਾਲ ਅੰਬੀਰਨ ਡਾਰੀ। ਅੰਬੀਰ, ਗੁਲਾਬ, ਕੇਵੜਾ, ਸੁੰਦਰ ਵਧੀਆ ਵਧੀਆ ਚੀਜ਼ਾਂ ਦਾ ਛਿੜਕਾਓ ਹੁੰਦਾ ਗੁਰੂ ਦਰਬਾਰ ਵਿੱਚ। ਤੇ ਫਿਰ ਗੁਰਬਾਣੀ ਦਾ ਖਾਸ ਕਰਕੇ ਬਸੰਤ ਰਾਗ ਦਾ ਕੀਰਤਨ ਹੁੰਦਾ ਹੈ। ਸਤਿਗੁਰ ਕੋ ਸਥਾਨ ਦਰਬੰਦੈ। ਗੁਰੂ ਮਹਾਰਾਜ ਦੇ ਦਰਬਾਰਾਂ ਨੂੰ ਮੱਥਾ ਟੇਕਦੀਆਂ ਸੰਗਤਾਂ, ਗੁਰੂ ਦਰਬਾਰ ਦੇ ਦਰਸ਼ਨ ਕਰਦੀਆਂ ਸੰਗਤਾਂ। ਸ੍ਰੀ ਹਰਿਗੋਬਿੰਦ ਆਗਿਆ ਦੀਨ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਗਿਆ ਦਿੱਤੀ। ਪੂਰਨਮਾਸ਼ੀ ਮਹਿ ਦਿਨ ਤੀਨ। ਮਹਾਰਾਜ ਕਹਿਣ ਲੱਗੇ 2-3 ਦਿਨਾਂ ਬਾਅਦ ਪੂਰਨਮਾਸ਼ੀ ਹੋਲੀ ਦਾ ਦਿਨ ਹੈ। ਪੂਰਨਮਾਸ਼ੀ ਅੱਗੇ ਅਜੇ 3 ਦਿਨ ਰਹਿੰਦੇ ਹਨ। ਤਿਸ ਦਿਨ ਹੋਇਆ ਹੈ ਦਰਸ ਹਮਾਰਾ। ਮਹਾਰਾਜ ਨੇ ਕਿਹਾ ਅਸੀਂ ਪੂਰਨਮਾਸ਼ੀ ਵਾਲੇ ਦਿਨ ਹੀ ਸੰਗਤਾਂ ਨੂੰ ਦਰਸ਼ਨ ਦੇਵਾਂਗੇ, ਉਸ ਤੋਂ ਪਹਿਲਾਂ ਦੀਵਾਨ ਨਹੀਂ ਲਾਣਾ। ਪੂਰਨਮਾਸ਼ੀ ਵਾਲੇ ਦਿਨ ਅਸੀਂ ਦੀਵਾਨ ਲਾ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਾਂਗੇ। ਇਤਨੇ ਕਰੋ ਮੰਗਲਾਚਾਰਾ। ਇੰਨੇ ਦਿਨ ਤੁਸੀਂ ਕੀਰਤਨ ਕਰੋ, ਖੁਸ਼ੀਆਂ ਮਨਾਓ, ਹੋਲਾ ਮਹੱਲਾ ਮਨਾਓ, ਮੰਗਲਾਚਾਰ ਕਰੋ। ਅਸੀਂ ਜੋ ਹਾਂ ਉਹ ਸਿਰਫ ਹੋਲੀ ਵਾਲੇ ਦਿਨ, ਪੂਰਨਮਾਸ਼ੀ ਵਾਲੇ ਦਿਨ ਹੀ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਾਂਗੇ। ਏਕਮ ਦੂਜ ਰਹਿ ਪੁਨ ਮੇਲਾ। ਉਸ ਤੋਂ ਬਾਅਦ ਏਕਮ ਦਾ ਤੇ ਦੂਜ ਦਾ ਮੇਲਾ ਵੀ ਰਹੇਗਾ। ਪੂਰਨਮਾਸ਼ੀ ਤੋਂ ਅਗਲੇ ਦਿਨ ਏਕਮ ਹੁੰਦੀ ਹੈ। ਕਲਗੀਧਰ ਜੀ ਨੇ ਹੋਲਾ ਜਿਹੜਾ ਮਹੱਲਾ ਉਹ ਏਕਮ ਵਾਲੇ ਦਿਨ ਖੇਡਣ ਦਾ ਵਿਧਾਨ ਕੀਤਾ ਹੈ। ਸੋ ਏਕਮ ਵਾਲੇ ਦਿਨ ਮਹੱਲਾ ਖੇਡਦੇ ਆ ਤੇ ਦੂਜ ਵਾਲਾ ਦਿਨ ਵੀ ਮੇਲਾ ਰਹਿੰਦਾ ਹੁੰਦਾ ਸੀ। ਹੁਣ ਤਾਂ ਅਨੰਦਪੁਰ ਸਾਹਿਬ ਵੀ ਕਈ ਤਾਂ ਹੋਲੀ ਵਾਲੇ ਦਿਨ ਹੀ ਮੱਥਾ ਟੇਕ ਕੇ ਆ ਜਾਂਦੇ, ਉਹਨਾਂ ਨੂੰ ਮਹੱਲੇ ਦਾ ਪਤਾ ਹੀ ਨਹੀਂ। ਜੇ ਮਹੱਲੇ ਵਾਲੀਆਂ ਫੌਜਾਂ ਹਨ ਗੁਰੂ ਦੀਆਂ, ਉਹ ਵੀ ਮਹੱਲਾ ਖੇਡ ਕੇ ਤੇ ਅਗਲੇ ਦਿਨ ਚਾਲੇ ਪਾ ਦਿੰਦੀਆਂ। ਪਹਿਲਾਂ ਕਾਫੀ ਲੰਮਾ ਸਮਾਂ ਮੇਲਾ ਰਹਿੰਦਾ ਸੀ, ਦੂਜ ਵਾਲੇ ਦਿਨ ਵੀ ਮੇਲਾ ਲੱਗਦਾ ਸੀ। ਹਾਂਜੀ, ਸਦਨ ਜਾਏ ਸਭ ਫੇਰ ਸੁਹੇਲਾ। ਕਹਿੰਦੇ ਫਿਰ ਸਾਧ ਸੰਗਤ ਜੀ ਏਕਮ ਵਾਲੇ ਦਿਨ ਮੇਲਾ ਕਰਕੇ ਤੇ ਦੂਜ ਵਾਲੇ ਦਿਨ ਫਿਰ ਲੋਕ ਘਰਾਂ ਨੂੰ ਤੀਜ ਨੂੰ ਜਾਣਗੇ। ਨਿਕਟ ਦੂਰ ਕੇ ਨਰ ਸਭ ਰੋਕੇ। ਜਿਹੜੇ ਨੇੜੇ ਦੂਰ ਆਏ ਸੀ ਸਾਰਿਆਂ ਨੂੰ ਰੋਕਤਾ ਵੀ ਜਾਣਾ ਨਹੀਂ ਕਿਸੇ ਨੇ, ਦੂਜ ਤੱਕ ਇੱਥੇ ਰਹਿਣਾ, ਇਹ ਗੁਰੂ ਦਾ ਹੁਕਮ ਹੈ। ਹਾਂਜੀ, ਸੁਨਤ ਮੁਦਤ ਗੁਰ ਚਹਿਤ ਬਿਲੋਕੇ। ਸਾਰੇ ਸਿੱਖ ਬੜੇ ਖੁਸ਼ ਹੋਏ। ਗੁਰੂ ਦੇ ਸਿੱਖ ਗੁਰੂ ਦਾ ਹੁਕਮ ਮੰਨ ਕੇ ਉੱਥੇ ਰਹਿ ਗਏ ਵੀ ਚੰਗਾ 2-3 ਦਿਨ ਰਵਾਂਗੇ, ਨਾਲੇ ਜੋੜ ਮੇਲਾ ਕਰਾਂਗੇ, ਸੰਗਤਾਂ ਦੇ ਦਰਸ਼ਨ ਮੇਲੇ, ਗੁਰੂ ਸਥਾਨਾਂ ਦੇ ਦਰਸ਼ਨ ਮੇਲੇ ਕਰਾਂਗੇ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਮੇਲੇ ਕਰਕੇ ਹੀ ਜਾਵਾਂਗੇ। ਸੰਗਤ ਵਿਖੇ ਮੇਵਰੋ ਸਾਰੇ। ਸਾਧ ਸੰਗਤ ਜੀ, ਸੰਗਤ ਦੇ ਵਿੱਚ ਮੇਵੜਾ ਜਿਹੜਾ ਅਰਦਾਸੀਆ, ਉਹਨੇ ਸਾਰੀ ਸੰਗਤ ਨੂੰ ਦੱਸ ਦਿੱਤਾ ਵੀ ਭਾਈ ਹੋਲੀ ਵਾਲੇ ਦਿਨ ਯਾਨੀ ਪੂਰਨਮਾਸ਼ੀ ਵਾਲੇ ਦਿਨ ਹੀ ਗੁਰੂ ਦਾ ਦੀਵਾਨ ਸਜਣਾ, ਉਹਨਾਂ ਚਿਰ ਕਿਸੇ ਨੇ ਜਾਣਾ ਨਹੀਂ। ਹੁਕਮ ਗੁਰੂ ਕੋ ਊਚ ਉਚਾਰੇ। ਗੁਰੂ ਸਾਹਿਬ ਦਾ ਇਹ ਹੁਕਮ ਸਾਰੇ ਸੰਗਤ ਵਿੱਚ ਉੱਚਾ ਉਚਾਰ ਦੱਸ ਦਿੱਤਾ ਗਿਆ। ਅਨਾਉਂਸਮੈਂਟ ਜਿਵੇਂ ਕਰ ਦਿੱਤੀ ਗਈ ਬਈ ਹੁਣ 2 ਦਿਨ ਇੱਥੇ ਰਹੋ ਤੇ ਪਰਸੋਂ ਪੂਰਨਮਾਸ਼ੀ ਨੂੰ ਦੀਵਾਨ ਸਜਣਗੇ ਤੇ ਗੁਰੂ ਸਾਹਿਬ ਦਰਸ਼ਨ ਦੇਣਗੇ। ਉਸ ਤੋਂ ਵੀ 2 ਦਿਨ ਬਾਅਦ ਹੋਰ ਮੇਲਾ ਰਹੇਗਾ। ਫਿਰ ਭਾਈ ਆਪਣੇ ਘਰਾਂ ਨੂੰ ਜਾਣ ਦੀ ਛੁੱਟੀ ਹੈ। ਉਹਨਾਂ ਚਿਰ 5 ਦਿਨ ਲਗਭਗ ਇੱਥੇ ਠਹਿਰੋ। ਧੀਰ ਮਲ ਸੁਨ ਕੈ ਚਿਤਵੰਤਾ। ਧੀਰ ਮਲ ਨੂੰ ਇਹ ਅਨਾਉਂਸਮੈਂਟ ਸੁਣਾਈ ਦੇ ਗਈ। ਹਰ ਬੰਦਾ ਹਰ ਚੀਜ਼ ਨੂੰ ਆਪਣੇ ਵਿਊ ਤੋਂ ਲੈਂਦਾ ਹੈ। ਧਰਮੀ ਬੰਦੇ, ਪਰਮਾਰਥੀ ਬੰਦੇ ਤਾਂ ਖੁਸ਼ ਹੋਏ ਵੀ ਗੁਰੂ ਮਹਾਰਾਜ ਦੇ ਕੋਲ 5 ਦਿਨ ਬਾਣੀ ਪੜ੍ਹਾਂਗੇ, ਕੀਰਤਨ ਸੁਣਾਂਗੇ, ਕਥਾ ਸੁਣਾਂਗੇ, ਨਾਮ ਜਪਾਂਗੇ, ਹੋਲੀ ਮਨਾਵਾਂਗੇ ਤੇ ਗੁਰੂ ਸਾਹਿਬ ਦੇ ਵੀ ਦਰਸ਼ਨ ਕਰਾਂਗੇ। ਧੀਰਮਲ ਦੇ ਦਿਮਾਗ ਵਿੱਚ ਕੀ ਆਇਆ ਉਹ ਵੀ ਸੁਣੋ ਜਰਾ। ਹਾਂਜੀ, ਰੁਖ ਨਹਿ ਕਰਹਿ ਗੁਰੂ ਭਗਵੰਤਾ। ਕਹਿੰਦਾ ਮੈਂ ਆ ਤਾਂ ਗਿਆ
ਪਰ ਦਾਦਾ ਜੀ ਮੇਰੇ ਵੱਲ ਰੁੱਖ ਨਹੀਂ ਕਰਦੇ, ਮੇਰੇ ਵੱਲ ਧਿਆਨ ਨਹੀਂ ਕਰਦੇ। ਉਹਨਾਂ ਨੇ ਇੱਕ ਵਾਰੀ ਮੈਨੂੰ ਪੁੱਛਿਆ ਵੀ ਕਿਵੇਂ ਆ, ਤੇ ਮੁੜ ਕੇ ਉਹਨਾਂ ਨੇ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਮੈਨੂੰ ਅੱਖ ਨਹੀਂ ਮਿਲਾਉਂਦੇ, ਮੇਰੇ ਵੱਲ ਰੁਚੀ ਨਾਲ ਨਹੀਂ ਦੇਖਦੇ। ਕਿਸੂ ਪੁੱਤਰ ਕੋ ਗੁਰਤਾ ਦੈ ਹੈ, ਇਹ ਗੁਰਿਆਈ ਗੱਦੀ ਆਪਣੇ ਕਿਸੇ ਪੁੱਤਰ ਨੂੰ ਨਾ ਦੇ ਦੇਣ। ਕੈ ਮਮ ਅਨਜ ਮਹਾ ਪਦ ਪੈ ਹੈ, ਜਾਂ ਮੇਰੇ ਛੋਟੇ ਭਰਾ ਨੂੰ ਸ੍ਰੀ ਹਰਿ ਰਾਏ ਨੂੰ ਨਾ ਦੇ ਦੇਣ, ਜਾਂ ਮੇਰੇ ਚਾਚੇ ਸੂਰਜਮਲ ਨੂੰ ਨਾ ਦੇ ਦੇਣ, ਜਾਂ ਮੇਰੇ ਚਾਚੇ ਤੇਗ ਬਹਾਦਰ ਨੂੰ ਨਾ ਦੇ ਦੇਣ। ਇਹ ਸੋਚਾਂ ਧੀਰਮਲ ਦੇ ਦਿਮਾਗ ਵਿੱਚ ਅੱਠੇ ਪਹਿਰ ਚੱਲਦੀਆਂ ਰਹਿੰਦੀਆਂ ਹਨ। ਕਹੇ ਮਾਤ ਕੇ ਮੈਂ ਚਲ ਆਇਓ, ਧੀਰਮਲ ਨੂੰ ਰਾਤੀ ਨੀਂਦ ਨਹੀਂ ਆਉਂਦੀ, ਸੋਚੀ ਜਾਂਦਾ, ਕਹਿੰਦਾ ਮੈਂ ਆਪਣੀ ਮਾਂ ਦਾ ਕਹਿਣਾ ਮੰਨ ਕੇ ਆ ਗਿਆ, ਆਉਣਾ ਹੀ ਨਹੀਂ ਸੀ ਚਾਹੀਦਾ, ਕਹਿੰਦਾ ਇੱਥੇ ਆ ਕੇ ਬੇਇੱਜ਼ਤੀ ਕਰਾਣੀ ਸੀ, ਤੇ ਉੱਥੇ ਹੀ ਠੀਕ ਸੀ, ਮਾਂ ਦਾ ਕਹਿਣਾ ਮੰਨ ਕੇ ਮੈਂ ਆ ਗਿਆ ਹਾਂ। ਸੰਗਤ ਵਿਖੈ ਅਨਾਦਰ ਪਾਇਓ, ਗੁਰੂ ਦੀ ਸੰਗਤ ਵਿੱਚ ਸਾਹਮਣੇ ਸਾਰਿਆਂ ਦੇ ਮੇਰਾ ਸਤਿਕਾਰ ਨਹੀਂ ਕੀਤਾ ਗੁਰੂ ਨੇ। ਮੈਂ ਵੱਡਾ ਪੋਤਰਾ ਆ, ਸਿਰਫ ਇੱਕੋ ਗੱਲ ਇੰਨੀ ਆਖੀ ਵੀ ਠੀਕ ਹੈ ਚੰਗਾ, ਬਸ ਮੁੜ ਕੇ ਮੇਰੇ ਵੱਲ ਵੇਖਿਆ ਨਹੀਂ, ਮੈਨੂੰ ਕੋਈ ਸੰਗਤ ਵਿੱਚ ਮਾਣ ਸਨਮਾਨ ਨਹੀਂ ਦਿੱਤਾ, ਮੈਨੂੰ ਆਪਣੇ ਕੋਲ ਨਹੀਂ ਬਿਠਾਇਆ, ਜਿਵੇਂ ਪੋਤਰੇ ਛੋਟੇ ਨੂੰ ਬਿਠਾਉਂਦੇ ਨੇ, ਮੈਂ ਵੀ ਵੱਡਾ ਪੋਤਾ ਆ, ਮੈਨੂੰ ਇੰਨਾ ਮਾਣ ਨਹੀਂ ਦਿੱਤਾ। ਪੂਜਾ ਅਲਪ ਹੋਏ ਹੈ ਮੇਰੀ, ਜੇ ਇਸ ਤਰ੍ਹਾਂ ਰਿਹਾ ਸੰਗਤਾਂ ਨੂੰ ਪਤਾ ਲੱਗ ਜਾਣਾ ਵੀ ਧੀਰਮਲ ਨੂੰ ਗੁਰੂ ਸਾਹਿਬ ਕੁਛ ਨਹੀਂ ਸਮਝਦੇ, ਫਿਰ ਮੇਰੀ ਪੂਜਾ ਪ੍ਰਤਿਸ਼ਠਾ ਘਟ ਜਾਣੀ ਹੈ। ਐਸੀ ਰੀਤ ਲੇਹ ਜਬ ਹੇਰੀ, ਜਦੋਂ ਸਿੱਖ ਇਦਾਂ ਦੀ ਮੇਰੇ ਨਾਲ ਗੁਰੂ ਸਾਹਿਬ ਦਾ ਵਿਹਾਰ ਵੇਖਣਗੇ ਤੇ ਫਿਰ ਲੋਕ ਮੇਰੇ ਤੋਂ ਪਿੱਛੇ ਹਟ ਜਾਣਗੇ, ਕਹਿਣਗੇ ਵੀ ਧੀਰਮਲ ਨੂੰ ਗੁਰੂ ਸਾਹਿਬ ਪਸੰਦ ਨਹੀਂ ਕਰਦੇ, ਧੀਰਮਲ ਦੀ ਕੋਈ ਵੈਲਿਊ ਨਹੀਂ ਹੈ ਗੁਰੂ ਘਰ ਵਿੱਚ, ਫਿਰ ਮੇਰੀ ਮਾਨਤਾ ਘਟ ਜਾਏਗੀ। ਗੁਰਤਾ ਦੇਹ ਤਾਂ ਮਮ ਰਹਿ ਆਵੈ, ਗੱਲ ਤਾਂ ਬਣਦੀ ਹੈ, ਮੇਰੀ ਤਾਂ ਰਹਿ ਆਉਂਦੀ ਇੱਜ਼ਤ ਜੇ ਮੈਨੂੰ ਗੁਰਿਆਈ ਗੱਦੀ ਮਿਲੇ, ਮੈਨੂੰ ਆਪ ਗੁਰੂ ਹਰਗੋਬਿੰਦ ਸਾਹਿਬ ਆਪਣੀ ਥਾਂ ਤੇ ਬਿਠਾ ਦੇਣ, ਮੇਰੇ ਮੱਥੇ ਤੇ ਗੁਰਿਆਈ ਦਾ ਤਿਲਕ ਲਵਾ ਦੇਣ ਤੇ ਮੈਨੂੰ ਮੱਥਾ ਟੇਕ ਦੇਣ ਛੇਵੇਂ ਪਾਤਸ਼ਾਹ, ਬਸ ਫਿਰ ਮੇਰੀ ਗੱਲ ਬਣਨੀ ਹੈ। ਤੇ ਜੇ ਨਹੀਂ ਦਿੰਦੇ ਮੈਨੂੰ ਗੁਰਿਆਈ ਤਾਂ ਫਿਰ ਮੇਰਾ ਕੋਈ ਗੁਜ਼ਾਰਾ ਨਹੀਂ ਹੈ ਇੱਥੇ। ਦੇਣੀ ਮੋਹੂ ਕੋ ਬਨ ਆਵੈ, ਨਾਲੇ ਗੱਦੀ ਦੇ ਹੱਕਦਾਰ ਮੈਂ ਹੀ ਹਾਂ, ਮੈਨੂੰ ਹੀ ਦੇਣੀ ਬਣਦੀ ਹੈ ਉਹਨਾਂ ਨੂੰ, ਹੋਰ ਕਿਹਨੂੰ ਦੇਣਗੇ? ਵੱਡੇ ਪੁੱਤਰ ਦਾ ਪੁੱਤਰ ਆ ਮੈਂ, ਪੋਤਰਾ ਆ ਮੈਂ। ਹਾਂਜੀ, ਵੱਡੇ ਪੁੱਤਰ ਕੋ ਪੁੱਤਰ ਵਡੇਰੋ, ਵੱਡੇ ਪੁੱਤਰ ਬਾਬਾ ਗੁਰਦਿੱਤੇ ਜੀ ਦਾ ਮੈਂ ਵੱਡਾ ਪੁੱਤਰ ਹਾਂ। ਬਿਦਤ ਬਾਤ ਸਭ ਲਖ ਹੈ ਕਨੇਰੋ, ਇਹ ਗੱਲ ਸਾਰੀ ਦੁਨੀਆ ਨੂੰ ਪ੍ਰਗਟ ਹੈ, ਸਾਰੇ ਜਾਣਦੇ ਹੈ ਕਿ ਮੈਂ ਗੁਰੂ ਮਹਾਰਾਜ ਦਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਵੱਡਾ ਪੋਤਰਾ ਹਾਂ। ਤੋ ਰਚੋ ਮੈਂ ਕੁਛ ਚਤੁਰਾਈ, ਹੁਣ ਮੈਨੂੰ ਕੁਝ ਆਪਣਾ ਆਪ ਹੀ ਚਤੁਰਾਈ ਹੀਲਾ ਕਰਨਾ ਪੈਣਾ। ਦਾਦਾ ਜੀ ਨੂੰ ਉਹਨਾਂ ਨੇ ਤਾਂ ਮੇਰੇ ਵੱਲ ਰੁਖ ਕਰਨਾ ਕੋਈ ਨਹੀਂ, ਹੁਣ ਸੰਗਤਾਂ ਦੇ ਵਿੱਚ ਕੋਈ ਨਾ ਕੋਈ ਆਪਾਂ ਵੀ ਆਪਣੀ ਗੱਲ ਬਣਾਈਏ, ਜਿਸ ਤੇ ਸੰਗਤ ਲਖ ਹੈ ਵਡਾਈ, ਸੰਗਤਾਂ ਨੂੰ ਪਤਾ ਲੱਗ ਜਾਵੇ ਮੇਰੀ ਵਡਿਆਈ ਦਾ। ਪ੍ਰਥਮ ਪਿਤਾਮੇ ਤੇ ਪੁਜਵਾਵੋ, ਦਾਦਾ ਜੀ ਨੇ ਤੇ ਪਰਸੋਂ ਦਰਬਾਰ ਵਿੱਚ ਪੂਰਨਮਾਸ਼ੀ ਵਾਲੇ ਦਿਨ ਆਉਣਾ ਹੈ, ਕੱਲ ਦਾ ਦਿਨ ਵਿਚਕਾਰ ਖਾਲੀ ਹੈ। ਮੈਂ ਕੱਲ੍ਹ ਹੀ ਦੀਵਾਨ ਲਾ ਕੇ ਸੰਗਤਾਂ ਕੋਲੋਂ ਪੂਜਾ ਕਰਵਾ ਲਵਾਂ। ਫਿਰ ਮੰਜੀ ਪਰ ਹੋਏ ਦਿਖ ਰਾਵੋਂ, ਕੱਲ ਮੈਂ ਮੰਜੀ ਤੇ ਬੈਠ ਕੇ ਦੀਵਾਨ ਲਾ ਕੇ ਸੰਗਤਾਂ ਨੂੰ ਦਰਸ਼ਨ ਦਿਆਂਗਾ। ਲੋਕ ਮੈਨੂੰ ਹੀ ਮੱਥਾ ਟੇਕਣਗੇ, ਲੋਕਾਂ ਨੂੰ ਤਾਂ ਬਾਬਾ ਚਾਹੀਦਾ ਜਿਹੜਾ ਮਰਜ਼ੀ ਹੋਵੇ, ਤੇ ਮੇਰੀ ਬੜੀ ਮਾਨਤਾ ਹੋ ਜਾਵੇਗੀ। ਗੁਰੂ ਅਛਤ ਜੇ ਲਿਓ ਅਕੋਰ, ਜੇ ਗੁਰੂ ਹਰਗੋਬਿੰਦ ਸਾਹਿਬ ਦੇ ਹੁੰਦਿਆਂ ਮੇਰੀ ਪੂਜਾ ਪ੍ਰਤਿਸ਼ਠਾ ਹੋ ਗਈ, ਮੇਰਾ ਸਨਮਾਨ ਹੋ ਗਿਆ, ਪਿਖ ਕਰ ਸਿੱਖ ਬੰਦ ਹੈ ਕਰ ਜੋਰ, ਫਿਰ ਸਿੱਖ ਮੈਨੂੰ ਜਿੱਥੇ ਵੀ ਮਿਲਿਆ ਕਰਨਗੇ ਮੱਥਾ ਟੇਕਿਆ ਕਰਨਗੇ, ਗੁਰੂ ਜੀ ਕਰਕੇ ਨਮਸਕਾਰ ਕਰਿਆ ਕਰਨਗੇ, ਸਦਾ ਰਹੇਂਗੇ ਪੁਨ ਅਨੁਸਾਰੀ। ਇੱਕ ਵਾਰੀ ਮੇਰੇ ਕਾਬੂ ਆ ਗਏ, ਇੱਕ ਵਾਰੀ ਮੈਨੂੰ ਮੰਨ ਲਿਆ ਇਹਨਾਂ ਨੇ, ਫਿਰ ਮੈਨੂੰ ਛੱਡ ਕੇ ਕਿੱਥੇ ਜਾਣਗੇ, ਫਿਰ ਸਦਾ ਲਈ ਮੇਰੇ ਅਨੁਸਾਰ ਹੀ ਚੱਲਣਗੇ। ਪੂਜਾ ਕਰਹਿ ਸਦੀਵ ਹਮਾਰੀ, ਫਿਰ ਹਮੇਸ਼ਾ ਮੇਰੀ ਪੂਜਾ ਹੋਇਆ ਕਰੇਗੀ। ਗੁਰ ਨਿਕਸੈਂਗੇ ਪਰਸੋਂ ਬਾਹਿਰ, ਗੁਰੂ ਸਾਹਿਬ ਨੇ ਤੇ ਪਰਸੋਂ ਬਾਹਰ ਨਿਕਲਣਾ, ਪਰਸੋਂ ਦੀਵਾਨ 'ਚ ਸੰਗਤਾਂ ਨੂੰ ਦਰਸ਼ਨ ਦੇਣੇ ਨੇ। ਮੈਂ ਹੋਏ ਪ੍ਰਾਤ ਥਿਰੋਂ ਵਿੱਚ ਜ਼ਾਹਿਰ, ਕੱਲ ਮੈਂ ਸੰਗਤਾਂ ਵਿੱਚ ਦੀਵਾਨ ਲਾ ਕੇ ਸੰਗਤਾਂ ਨੂੰ ਮੈਂ ਦਰਸ਼ਨ ਦਿਆਂਗਾ।
ਜੇ ਕੋਈ ਪੁੱਛੇਗਾ ਵੀ ਤੂੰ ਕਿਉਂ ਲਾਇਆ ਤਾਂ ਮੈਂ ਕਹਾਂਗਾ ਵੀ ਗੁਰੂ ਸਾਹਿਬ ਨੇ ਕੱਲ ਦਰਸ਼ਨ ਦੇਣੇ ਆ, ਅੱਜ ਮੈਂ ਦੇ ਰਿਹਾ। ਯਾਨੀ ਕਿ ਗੁਰੂ ਸਾਹਿਬ ਜੀ ਦੇ ਮੈਂ ਥਾਂ ਦੇ ਉੱਤੇ ਸੰਗਤਾਂ ਦਾ ਮਤਲਬ ਦਰਸ਼ਨ ਦਿਦਾਰੇ ਬਖਸ਼ ਕੇ ਉਹਨਾਂ ਦਾ ਜਿਹੜਾ ਘਾਟਾ ਪੂਰਾ ਕਰ ਰਿਹਾ। ਇੱਦਾਂ ਦੀ ਸੋਚ ਬਣਾ ਕੇ ਚਲਾਕੀ ਨਾਲ, ਹੁਸ਼ਿਆਰੀ ਨਾਲ ਧੀਰ ਮੱਲ ਨੇ ਬ੍ਰਿੰਦੋ ਪਾਇਨ ਆਨੀ ਸਭੈ, ਕਹਿੰਦੇ ਜਿਹੜੀਆਂ ਸੰਗਤਾਂ ਭੇਟਾਵਾਂ ਲੈ ਕੇ ਆਈਆਂ ਨੇ, ਹੇਰ ਹੇਰ ਅਰਪਹਿੰਗੇ ਤਬੈ, ਉਹ ਮੈਨੂੰ ਕੱਲ ਹੀ ਮੱਥਾ ਟੇਕ ਦੇਣਗੇ। ਦਾਦਾ ਜੀ ਨੂੰ ਉਹਨਾਂ ਨੇ ਪਰਸੋਂ ਚੜਾਵਾ ਚੜਾਉਣਾ ਸੀ ਜਿਹੜਾ, ਉਹ ਕੱਲ ਮੇਰੇ ਕੋਲ ਆ ਜਾਏਗਾ। ਦਾਦਾ ਜੀ ਨੂੰ ਚੜਾਉਣ ਭਾਵੇਂ ਨਾ ਚੜਾਉਣ, ਮੇਰੇ ਕੋਲ ਤਾਂ ਆਵੇਗਾ ਨਾ। ਹਾਂਜੀ, ਗੁਰ ਸਮ ਬਨ ਕੇ ਦਿਉ ਦਿਖਾਈ, ਮੈਂ ਗੁਰੂ ਸਾਹਿਬ ਵਰਗੇ ਕੱਪੜੇ ਪਾ ਕੇ, ਗੁਰੂ ਸਾਹਿਬ ਵਰਗੀ ਕਲਗੀ ਲਾ ਕੇ ਸੰਗਤਾਂ ਨੂੰ ਦਰਸ਼ਨ ਦਿਆਂਗਾ। ਜਿਸ ਤੇ ਮਾਨਤ ਰਹਿ ਸਦਾਈ, ਫਿਰ ਸਾਰੀਆਂ ਸੰਗਤਾਂ ਮੈਨੂੰ ਮੰਨਦੀਆਂ ਰਹਿਣਗੀਆਂ। ਇੱਕ ਵਾਰੀ ਮੈਨੂੰ ਮੱਥਾ ਟੇਕਦਾ ਲੋਕਾਂ ਨੇ, ਫਿਰ ਮੈਨੂੰ ਛੱਡ ਕੇ ਕਿੱਥੇ ਜਾਣਗੇ। ਸੰਗ ਮਸੰਦਨ ਮਲਤ ਕੀਨ, ਸੰਗ ਮਸੰਦਨ ਮਸਲਤ ਕੀਨ, ਕਹਿੰਦੇ ਆਪਣੇ ਮਸੰਦਾਂ ਦੇ ਨਾਲ ਇਹਨੇ ਸਲਾਹ ਕੀਤੀ। ਜਿਹੜੇ ਇਹਦੇ ਸਲਾਹਕਾਰ ਸਨ 5-7 ਬੰਦੇ ਖਾਸ, ਹਰ ਬੰਦੇ ਨਾਲ ਹੁੰਦੇ ਹੀ ਨੇ ਇਹੋ ਜਿਹੇ ਬਾਬਿਆਂ ਨੂੰ, ਜਿਹੜੇ ਸਾਧ ਸੰਗਤ ਜੀ ਚੱਲਦੇ ਪੁਰਜੇ ਹੁੰਦੇ ਨਾ ਵੀ ਥੋੜ੍ਹਾ ਬਾੜਾ, ਉਹਨਾਂ ਨੂੰ ਬੜੇ ਤਰੀਕੇ ਆਉਂਦੇ ਆ। 5-7 ਬੰਦੇ ਨਾਲ ਜੋੜੇ ਹੁੰਦੇ ਆਪਣੇ ਸਪੋਰਟਰ, ਉਹ ਫਿਰ ਜਦੋਂ ਕੋਈ ਲੋੜ ਪੈਂਦੀ ਰੌਲਾ ਪਾ ਲੈਂਦੇ ਆ। ਸੋ ਇੱਦਾਂ ਆਪਣੇ ਮਸੰਦਾਂ ਨੂੰ ਬਾਬੇ ਧੀਰ ਮੱਲ ਨੇ ਉਹ ਤਿਆਰ ਕਰ ਲਿਆ। ਤਿਨਹੁ ਸਰਾਹਿਓ ਤੂੰ ਮਤ ਪੀਨ, ਉਹ ਕਹਿਣ ਲੱਗੇ ਬਾਬਾ ਜੀ ਇਹ ਤਾਂ ਗੱਲ ਹੀ ਬੜੀ ਵਧੀਆ, ਤੁਹਾਡੇ ਤੋਂ ਵੱਧ ਕੇ ਸਿਆਣਾ ਕੋਈ ਹੈ ਹੀ ਨਹੀਂ, ਤੁਹਾਡੇ ਤੋਂ ਵੱਧ ਕੇ ਗੁਰੂ ਵਾਲੇ ਲੱਛਣ ਹੋਰ ਸਾਨੂੰ ਕਿਸੇ ਨਜ਼ਰ ਆਉਂਦੇ ਨਹੀਂ। ਗੁਰੂ ਸਾਹਿਬ ਦੀ ਥਾਂ ਤੇ ਸਿਰਫ ਤੁਸੀਂ ਬਣ ਸਕਦੇ ਹੋ, ਹੋਰ ਤਾਂ ਹੈ ਹੀ ਨਹੀਂ, ਵੱਡੇ ਪੋਤਰੇ ਹੋ ਤੁਸੀਂ। ਸਦਾ ਸੰਗ ਤਿਸ ਕੇ ਸੋ ਰਹੈ, ਹਾਂ, ਜਿਹੜੇ ਉਹ ਬੰਦੇ ਇਹੋ ਜਿਹੇ ਸਨ, ਧੀਰ ਮੱਲ ਦੇ ਨਾਲ ਹੀ ਰਹਿੰਦੇ ਸਨ, ਹਮੇਸ਼ਾ ਪਰਛਾਈ ਦੀ ਤਰ੍ਹਾਂ ਨਾਲ ਫਿਰਦੇ ਸਨ। ਗੁਰ ਬਿਗਰਹਿ ਤਿਮ ਹੀ ਨਿਤ ਕਹੈ, ਬੰਦੇ ਵੀ ਉਹ ਸਰਕਾਰੀ ਸਨ, ਸਰਕਾਰੀ ਏਜੰਸੀਆਂ ਦੇ ਬੰਦੇ ਸਨ, ਮੁਗਲਾਂ ਦੇ ਛੱਡੇ ਹੋਏ। ਬਈ ਇਹ ਦਾਦੇ ਪੋਤੇ 'ਚ ਵਿਗਾੜ ਪਾਉਣਾ ਹੀ ਪਾਉਣਾ, ਨੇੜੇ ਨਹੀਂ ਲੱਗਣ ਦੇਣਾ, ਇਹਨਾਂ ਨੂੰ ਆਪਸ 'ਚ ਦੂਰ ਕਰਨਾ। ਗੁਰੂ ਸਾਹਿਬ ਧੀਰ ਮੱਲ ਦੇ ਉਲਟ ਰਹਿਣ, ਧੀਰ ਮੱਲ ਗੁਰੂ ਸਾਹਿਬ ਦੇ ਉਲਟ ਰਵੇ, ਇਹ ਉਹਨਾਂ ਦੀ ਹਰ ਸਮੇਂ ਕੋਸ਼ਿਸ਼ ਹੁੰਦੀ ਸੀ। ਹਾਂਜੀ, ਲੱਖ ਹੋ ਸੰਗਤ ਅਬ ਚਲ ਆਈ, ਲੱਖਾਂ ਸੰਗਤਾਂ ਕਹਿਣ ਲੱਗੇ, ਲੱਖਾਂ ਸੰਗਤਾਂ ਬਾਬਾ ਜੀ ਆ ਗਈਆਂ ਹੋਲੀ ਤੇ। ਦੇਸ਼ਨ ਕੇ ਮਸੰਦ ਸਮਦਾਈ, ਦੇਸਾਂ ਪ੍ਰਦੇਸਾਂ ਦੇ ਮਸੰਦ ਵੀ ਆ ਰਹੇ ਨੇ। ਅਬ ਕਹਿ ਦੇਖੈ ਤੋਹੇ ਪ੍ਰਤਾਪੂ, ਐਤਕੀ ਮੇਲੇ 'ਚ ਤੁਹਾਡਾ ਪ੍ਰਤਾਪ ਇੱਕ ਵਾਰੀ ਦੇਖ ਲਿਆ ਨਾ ਇਹਨਾਂ ਨੇ, ਫਿਰ ਇਹ ਸਾਰੇ ਤੁਹਾਨੂੰ ਹੀ ਮੰਨਣਗੇ। ਜਿੱਥੇ ਤੁਸੀਂ ਰਹੋਗੇ, ਭਾਵੇਂ ਤੁਸੀਂ ਕੀਰਤਪੁਰ ਰਹੋ, ਭਾਵੇਂ ਕਰਤਾਰਪੁਰ ਰਹੋ, ਭਾਵੇਂ ਕਿਤੇ ਹੋਰ ਰਹੋ, ਤੁਹਾਡੀ ਮਾਨਤਾ ਹੋਵੇਗੀ, ਸੰਗਤਾਂ ਉੱਥੇ ਹੀ ਪਹੁੰਚਿਆ ਕਰਨਗੀਆਂ। ਪੁੰਨ ਹੈ ਭੇਟ ਲੈ ਪਹੁੰਚ ਹੈ ਆਪੂ, ਫਿਰ ਇਹ ਆਪੇ ਹੀ ਭੇਟਾ ਲੈ ਕੇ ਪਹੁੰਚ ਜਾਇਆ ਕਰਨਗੇ ਸਿੱਖ। ਨਿਸਮੈ ਇਮ ਨਿਸ਼ਚੈ ਕਰ ਸੋਏ, ਇੱਦਾਂ ਇਹ ਆਪਣੀ ਜਿਹੜੀ ਦੁਸ਼ਟ ਮੰਡਲੀ ਸੀਗੀ, ਜਿਹੜੇ ਸਲਾਹਕਾਰ ਸੀ ਧੀਰ ਮੱਲ ਦੇ, ਉਹਨਾਂ ਨਾਲ ਸਲਾਹ ਕਰਕੇ ਧੀਰ ਮੱਲ ਤੇ ਉਹਦੇ ਸਾਥੀ ਸੌਂ ਗਏ। ਜਾਗੇ ਸਕਲ ਪ੍ਰਾਤ ਕੇ ਹੋਏ, ਸਵੇਰੇ ਉੱਠੇ ਨੇ, ਛੇਤੀ ਉੱਠ ਕੇ ਜਿਹੜੇ ਗੁਰਸਿੱਖ ਨੇ ਉਹ ਤਾਂ ਬਾਣੀ ਪੜ੍ਹਨ ਲੱਗ ਪਏ, ਨਾਮ ਜਪਣ ਲੱਗ ਪਏ। ਤੇ ਧੀਰ ਮੱਲ ਦੀ ਪਾਰਟੀ ਵਾਲੇ, ਉਹਨਾਂ ਨੇ ਕਿਹੜਾ ਬਾਣੀ ਪੜ੍ਹਨੀ ਸੀ, ਉਹ ਆਪਣੇ ਦਰਬਾਰ ਲਾਉਣ ਲੱਗ ਪਏ। ਸ਼ਮਿਆਨੇ, ਤੰਬੂ, ਕਨਾਤਾਂ, ਗਲੀਚੇ, ਜੋ ਦਰਬਾਰ ਲਾਇਆ ਜਾਂਦਾ, ਉੱਦਾਂ ਉਹਨਾਂ ਨੇ ਪੂਰੀ ਤਿਆਰੀ ਕਰਵਾਉਣੀ ਸ਼ੁਰੂ ਕਰ ਦਿੱਤੀ। ਮੁੱਠਾ ਚਮਰ ਸੇਵਕਨ ਦੀਨ, ਇੱਕ ਚੌਰ ਬਰਦਾਰ ਨੂੰ ਚੌਰ ਫੜਾ ਦਿੱਤਾ ਵੀ ਬਾਬੇ ਧੀਰ ਮੱਲ ਦੇ ਸਿਰ ਤੇ ਚੌਰ ਦਾ ਮੁੱਠਾ ਘੁਮਾਉਣਾ ਹੈ। ਬੜੋ ਪਖੰਡ ਰਚਨ ਤਬ ਕੀਨ, ਪੂਰਾ ਵੱਡਾ ਪਖੰਡ ਰਚਿਆ, ਕੋਈ ਕਸਰ ਨਹੀਂ ਛੱਡੀ। ਗੁਰੂ ਸਾਹਿਬ ਦੀ ਬਰਾਬਰੀ ਵਿੱਚ ਕੋਈ ਕਸਰ ਨਹੀਂ ਛੱਡੀ, ਸਾਰਾ ਕੁਝ ਉੱਦਾਂ ਹੀ ਕੀਤਾ। ਬੀਚ ਬਾਜ਼ਾਰ ਫਰਸ਼ ਕਰਵਾਇਓ, ਐਨ ਚੌੜੇ ਬਾਜ਼ਾਰ ਵਿੱਚ ਗਲੀਚੇ ਵਿਛਾਏ ਗਏ, ਬੜੇ ਸੋਹਣੇ ਫਰਸ਼ ਵਿਛਾਏ ਗਏ। ਰੰਗ ਅਨੇਕ ਵਿਸਾਲ ਸੁਹਾਇਓ, ਰੰਗ ਰੰਗ ਦੀਆਂ ਚਾਦਰਾਂ, ਗਲੀਚੇ ਸੋਹਣੇ ਸੁੰਦਰ ਵਿਛਾਏ ਗਏ, ਵੀ ਪਤਾ ਲੱਗੇ ਵੀ ਬਾਬੇ ਧੀਰ ਮੱਲ ਦਾ ਦਰਬਾਰ ਸਜਿਆ ਹੈ। ਪਹਿਰਿਓ ਆਪ ਗਰੇ ਤਬ ਜਾਮਾ, ਬਾਬਾ ਧੀਰ ਮੱਲ ਵੀ ਨਹਾ ਧੋ ਕੇ ਬੜਾ ਸੁੰਦਰ ਕੀਮਤੀ ਚੋਲਾ ਪਹਿਨਿਆ, ਬਹੁ ਸੂਖਮ ਦੀਰਘ ਅਬਿਰਾਮਾ, ਬਰੀਕ ਸੋਹਣੇ ਕੱਪੜੇ ਦਾ
ਵੱਡਾ ਚੋਲਾ ਪਹਿਨਿਆ ਕਲੀਆਂ ਵਾਲਾ, ਕੰਚਨ ਦੰਡ ਚਮਰ ਸਿਰ ਫੇਰੈ, ਔਰ ਸਿਰ ਦੇ ਉੱਤੇ ਚੌਰ ਝੁਲਦਾ, ਸੋਨੇ ਦੀਆਂ ਚੋਭਾਂ ਲੈ ਕੇ ਚੋਭਦਾਰ ਸਾਹਮਣੇ ਖੜੇ ਹਨ। ਭੂਖਨ ਪਹਿਰ ਦਿਪਤ ਕਨੇਰਾ, ਗਹਿਣੇ ਵੀ ਸੋਨੇ ਦੇ ਕੈਂਠੇ ਪਾਏ, ਛਾਪਾਂ ਛੱਲੇ ਪਾਏ, ਕੜੇ ਵੀ ਸੋਨੇ ਦੇ ਬਾਬੇ ਧੀਰਮਲ ਨੇ ਆਪਣੀ ਪੂਰੀ ਟੌਰ ਕੱਢੀ ਹੈ। ਜਿਗਾ ਆਦ ਤੇ ਸ਼ੋਭਾ ਪਾਏ, ਔਰ ਕਲਗੀ ਜਿਗਾ ਵੀ ਮੱਥੇ ਤੇ ਲਾਈ ਹੈ, ਬੜੀ ਸੋਭਾ ਪਾ ਰਿਹਾ। ਦੂਰੋਂ ਚਮਕਦਾ ਬਾਬਾ ਧੀਰਮਲ ਹੈ ਤਾਂ ਸੋਹਣਾ ਸੁਨੱਖਾ ਬਹੁਤ ਸੀ, ਕਿਉਂਕਿ ਪਿਤਾ ਤੇ ਦਾਦੇ ਤੇ ਹੀ ਜਾਣਾ ਹੁੰਦਾ ਬੱਚੇ ਨੇ, ਤਾਂ ਬੜਾ ਦਰਸ਼ਨੀ ਸੀਗਾ। ਕਲਗੀ ਲੱਗੀ ਹੋਰ ਸੋਹਣਾ ਬਣਾ ਚਮਕ ਬੈਠਾ ਹੈ। ਗਇਓ ਆਪ ਜਹ ਫਰਸ਼ ਕਰਾਏ, ਜਿੱਥੇ ਮਹਾਰਾਜ ਦਾ ਦਰਬਾਰ ਸਜਦਾ ਸੀ ਉੱਥੇ ਆਪਣਾ ਦਰਬਾਰ ਸਜਾ ਲਿਆ, ਫਰਸ਼ ਵਿਛਾ ਲਏ ਤੇ ਉੱਥੇ ਜਾ ਕੇ ਬੈਠ ਗਿਆ। ਦੀਰਘ ਸੁੰਦਰ ਡਸ ਮਸੰਦਨ, ਮਸਨੰਦ ਕਹਿੰਦੇ ਬੜੀ ਵੱਡੀ ਮਸਨੰਦ ਗੱਦੀ ਡਾਈ, ਵੱਡੀ ਸਾਰੀ ਗੱਦੀ, ਵੱਡਾ ਸਾਰਾ ਦਰਬਾਰ, ਤਖਤ ਪੋਸ਼, ਉੱਤੇ ਚਾਨਣੀ ਵੀ ਲਾਈ। ਤੇ ਜਿਵੇਂ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਦਾ ਦਰਬਾਰ ਸੀਗਾ ਉੱਦਾਂ ਦਾ ਹੀ ਧੀਰਮਲ ਨੇ ਆਪਣਾ ਸਜਾ ਲਿਆ। ਧਰਿਓ ਏਕ ਉਪਧਾਨ ਬਿਲੰਦ, ਤੇ ਬੜਾ ਗੋਲ ਸਰਾਣਾ, ਵੱਡਾ ਸਰਾਣਾ ਜਿਹੜਾ ਢੋਲ ਆ ਕੇ ਬੈਠੀ ਦਾ, ਉਸ ਗੱਦੀ ਦੇ ਉੱਤੇ ਰੱਖ ਲਿਆ ਢੋਲ ਆਉਣ ਵਾਸਤੇ। ਤਿਸ ਪਰ ਬੈਠਿਓ ਮੋਦ ਉਪਾਏ, ਉਸ ਵੱਡੇ ਸਰਾਣੇ ਵਾਲੇ ਤਖਤ ਦੇ ਉੱਤੇ, ਗੱਦੀ ਦੇ ਉੱਤੇ ਜਾ ਕੇ ਬੜੀ ਪ੍ਰਸੰਨਤਾ ਦੇ ਨਾਲ ਧੀਰਮਲ ਬੈਠ ਗਿਆ। ਚਾਹੁੰ ਦਿਸ ਦਾਸ ਥਿਰੇ ਸਮੁਦਾਏ, ਜਿਹੜੇ ਸੇਵਾਦਾਰ ਸੀਗੇ ਉਹਦੇ ਖਾਸ ਜਿਹੜੇ ਬੰਦੇ ਉਹਦੇ ਪੱਖੀ ਸਨ, ਉਹ ਸਾਰੇ ਆਲੇ ਦੁਆਲੇ ਖਲੋ ਗਏ। ਸ੍ਰੀ ਸਤਿਗੁਰ ਤੁਮ ਅੰਤਰ ਜਾਮੀ, ਤੇ ਉਹ ਅਰਦਾਸਾਂ ਕਰਨ ਲੱਗ ਪਏ। ਉਹੋ ਜਿਹੀ ਬਾਬਾ ਧੀਰਮਲ ਤੇ ਉਹੋ ਜਿਹੀ ਉਹਦੇ ਅਰਦਾਸੀਏ। ਉਹ ਕੀ ਕਹਿੰਦੇ ਆ, ਸਤਿਗੁਰੂ ਜੀ ਤੁਸੀਂ ਬੜੇ ਅੰਤਰਜਾਮੀ ਹੋ। ਉਹਨੂੰ ਹੁਣੇ ਹੀ ਸਤਿਗੁਰੂ ਕਹਿਣ ਲੱਗ ਪਏ, ਕਹਿੰਦੇ ਸਤਿਗੁਰੂ ਜੀ ਤੁਸੀਂ ਅੰਤਰਜਾਮੀ ਹੋ। ਕਰਹਿ ਕੁਸ਼ਾਮਤ ਕਹਿ ਕਹਿ ਸੁਆਮੀ, ਇਹ ਮਹਾਰਾਜ ਜੀ, ਮਾਲਕ ਜੀ, ਸੁਆਮੀ ਜੀ, ਗੁਰੂ ਜੀ, ਕਿਰਪਾ ਰੱਖਣਾ ਸਾਡੇ ਤੇ, ਮਿਹਰਾਂ ਕਰ ਦਿਆ ਜੇ। ਤੇ ਧੀਰਮਲ ਵੀ ਇੱਦਾਂ ਸਾਰਿਆਂ ਨੂੰ ਥਾਪੀਆਂ ਦੇਈ ਜਾਂਦਾ ਵੀ ਤੁਹਾਡੇ ਪੌਂ 12 ਹੋਣਗੀਆਂ, ਤੁਹਾਡੀ ਚੜ੍ਹਦੀ ਕਲਾ ਹੋਵੇਗੀ, ਇੱਦਾਂ ਦੇ ਵਰ ਦਿੰਦਾ। ਹਾਂਜੀ। ਸਿਰ ਉਪਰ ਚੰਦੋਆ ਬਣਿਓ, ਸਿਰ ਦੇ ਉੱਤੇ ਚੰਦੋਆ ਵੀ ਬੜਾ ਆਲੀਸ਼ਾਨ ਲਾਇਆ ਹੈ ਧੀਰਮਲ ਨੇ। ਰੇਸ਼ਮ ਡੋਰੈ ਚਹੁੰ ਦਿਸ ਤਨਿਓ, ਰੇਸ਼ਮ ਦੀਆਂ ਡੋਰਾਂ ਨਾਲ ਚਾਰੇ ਪਾਸੇ ਖਿੱਚ ਕੇ ਤਾਣਿਆ ਹੈ। ਵਿਚਰਤ ਇਤੁਤ ਸਿੱਖ ਸਮੁਦਾਏ, ਤੇ ਸਿੱਖ ਸੰਗਤਾਂ ਇੱਧਰ ਉੱਧਰ ਵਿਚਰਦੀਆਂ। ਸੰਗਤ ਆਈ ਹੋਈ ਸੀ, ਮੇਲਾ ਜੋ ਸੀਗਾ, ਸੰਗਤਾਂ ਸਾਰੀਆਂ ਗੁਰੂ ਦੀਆਂ ਹੀ ਸਨ। ਤੇ ਗੁਰੂ ਦੀਆਂ ਸੰਗਤਾਂ ਵਿੱਚੋਂ ਹੀ ਕੁਝ ਬੰਦੇ ਜਿਹੜੇ ਸਨ ਉਹ ਧੀਰਮਲ ਨੇ ਆਪਣੇ ਨਾਲ ਜੋੜੇ ਹੋਏ ਸਨ। ਹਾਂਜੀ। ਕਰਿਓ ਬਿਲੋਕਨ ਮਿਲ ਜੋ ਆਏ, ਜਿਹੜੇ ਮੇਲੇ ਦੇ ਵਿਚਾਰੇ ਮਾਤੜ ਸਾਥੀ ਆਏ ਹੁੰਦੇ ਉਹਨੂੰ ਪਤਾ ਨਹੀਂ ਹੁੰਦਾ ਬਹੁਤਾ ਵੀ ਕੀ ਗੱਲ ਹੈ, ਉਹਦਾ ਜਿਹੜਾ ਮਿਲ ਜੇ ਉਹਨੂੰ ਹੀ ਮੱਥਾ ਟੇਕ ਦਿੰਦੇ ਆ। ਨਵੇਂ ਬੰਦੇ ਨੂੰ ਕੀ ਪਤਾ, ਪਹਿਲੀ ਵਾਰੀ ਕੋਈ ਜਾਵੇ ਮੇਲੇ 'ਚ। ਉਹ ਨਿਹੰਗਾਂ ਸਿੰਘਾਂ ਦੇ ਉੱਥੇ ਲੰਗਰ ਵਰਤਿਆ ਤੇ ਅਨੰਦਪੁਰ ਸਾਹਿਬ ਦੀ ਗੱਲ ਹੈ, ਪਹਿਲੀ ਵਾਰੀ ਕੋਈ ਆ ਗਿਆ ਮਾਤੜ, ਉਹ ਕਹਿੰਦੇ ਜੀ ਮਿੱਠੇ ਪ੍ਰਸ਼ਾਦੇ, ਮਿੱਠੇ ਪ੍ਰਸ਼ਾਦੇ। ਉਹਨੇ ਆਖਿਆ ਚਾਰ ਚਾਰ ਲਾਓ, ਬੜੇ ਸਵਾਦ, ਮਿੱਠੇ ਵੀ ਤਾਂ ਕਦੀ ਖਾਧੇ ਨਹੀਂ। ਤੇ ਉਹ ਅਸੀਂ 2 ਦਿਨ ਦੇ ਬਹੇ, ਤੇ ਉਹ ਵਿਚਾਰਾ ਉਹ ਮੂੰਹ ਦੇ ਵਿੱਚ ਕਹਿੰਦਾ ਬਿਸਕੁਟਾਂ ਤਰ੍ਹਾਂ ਛਕ ਲਓ, ਕਹਿੰਦੇ ਹੁਣ ਛਕਣੇ ਹੀ ਪੈਣੇ, ਛੱਡਣੇ ਕੋਈ ਨਹੀਂ। ਤੋ ਨਵਾਂ ਬੰਦਾ ਤਾਂ ਮੇਲੇ ਵਿੱਚ ਵਿਚਾਰਾ ਉਂਝ ਹੀ ਗੁਆਚਿਆ ਫਿਰਦਾ, ਉਹਨੂੰ ਪਤਾ ਹੀ ਨਹੀਂ ਹੁੰਦਾ। ਉਹੋ ਜਿਹੇ ਬੰਦੇ ਉਹਨੇ ਆਖਿਆ ਸ਼ਾਇਦ ਇਹੀ ਗੁਰੂ ਸਾਹਿਬ ਹੈ, ਉੱਥੇ ਆ ਕੇ ਮੱਥੇ ਟੇਕਣ ਲੱਗ ਪਏ। ਸਿੱਖ ਓਪਰੇ ਅਰ ਅਣਜਾਣੇ, ਜਿਹੜੇ ਅਣਜਾਣ ਬੰਦੇ ਆਏ ਹੋਏ ਸੀ, ਓਪਰੇ ਵਿਚਾਰੇ ਪਹਿਲੀ ਵਾਰੀ ਆਏ ਸੀਗੇ, ਉਹਨਾਂ ਨੂੰ ਪਤਾ ਨਹੀਂ ਸੀ ਗੁਰੂ ਘਰ ਦੀ ਕੀ ਮਰਜ਼ਾਦਾ ਹੈ, ਗੁਰੂ ਸਾਹਿਬ ਕਿਹੜੇ ਹਨ, ਜਾਂ ਗੁਰੂ ਸਾਹਿਬ ਨੂੰ ਕਿੱਦਾਂ ਮੰਨੀਦਾ। ਉਹ ਤਾਂ ਇੱਦਾਂ ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਸਾਧ ਸੰਗਤ ਜੀ, ਕਈ ਥਾਵਾਂ 'ਤੇ ਬੜੀ ਭੀੜ ਇਕੱਠੀ ਹੋ ਜਾਂਦੀ, ਵੇਖਾ ਵੇਖੀ ਤੁਰ ਪੈਂਦੇ ਕਈ ਤਾਂ। ਤੋ ਜਿਹੜੇ ਇੱਦਾਂ ਦੇ ਲੋਕ ਹੁੰਦੇ ਉਹਨਾਂ ਨੂੰ ਧਰਮ ਨਾਲ ਕੋਈ ਮਤਲਬ ਨਹੀਂ ਹੁੰਦਾ, ਦੇਗਾਂ ਪਾਣੀ ਛਕੀਆਂ ਤੇ ਆਪਣੇ ਪਿੰਡ ਨੂੰ ਤੁਰ ਗਏ। ਤੋ ਗੁਰੂ ਕੇ ਲੰਗਰ ਦੇ ਵਿੱਚ ਆਏ, ਛਕਿਆ ਪ੍ਰਸ਼ਾਦਾ, ਤੁਰ ਗਏ। ਇਸ ਤਰ੍ਹਾਂ ਤੋ ਇੱਥੇ ਜਾਣੇ ਜਿਹੜੇ ਅਣਜਾਣ ਲੋਕ ਸਨ ਉਹਨਾਂ ਨੇ ਧੀਰਮਲ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਗੁਰ ਗੁਰ ਕਰਤ ਬੰਦਨਾ ਠਾਨੇ, ਉਹਨਾਂ ਨੇ ਆਖਿਆ ਸ਼ਾਇਦ ਇਹੀ ਗੁਰੂ ਹੈ। ਅੱਗੋਂ ਫਿਰ ਉਹਦੇ ਧੀਰਮਲੀਏ ਮਸੰਦ ਜਿਹੜੇ ਸਨ ਉਹਨਾਂ ਨੂੰ, ਆਓ ਜੀ ਗੁਰੂ ਸਾਹਿਬ ਦੇ ਦਰਸ਼ਨ ਕਰੋ, ਗੁਰੂ ਸਾਹਿਬ ਨੂੰ ਮੱਥਾ ਟੇਕੋ। ਉਹ ਵਿਚਾਰੇ ਨਵੇਂ ਬੰਦੇ, ਉਹਨਾਂ ਨੇ ਆਖਿਆ ਸ਼ਾਇਦ ਇਹੀ ਗੁਰੂ ਸਾਹਿਬ ਨੇ। ਉਹਨਾਂ ਨੇ ਆ ਕੇ ਭੇਟਾ ਚੜ੍ਹਾਉਣੀ ਸ਼ੁਰੂ ਕਰਤੀ, ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਨਿਜ ਨਿਜ ਡੇਰੇ ਮਹਿ ਤਬ ਜਾਏ, ਤੇ ਆਪਣੇ ਆਪਣੇ ਡੇਰਿਆਂ ਵਿੱਚ ਜਾ ਕੇ ਕਿਤਕ ਉਪਾਏ ਨ ਲਿਆਏ ਧਾਏ, ਉਹ ਆਪਣੀਆਂ ਭੇਟਾਵਾਂ ਵੀ ਚੁੱਕ ਲਿਆਏ,
ਉਹਨਾਂ ਨੇ ਆਖਿਆ ਵੀ ਗੁਰੂ ਦਾ ਦਰਬਾਰ ਸੱਜ ਗਿਆ, ਚਲੋ ਆਪਣੀਆਂ ਭੇਟਾਵਾਂ ਦਈਏ। ਵਿਚਾਰੇ ਭੋਲੇ ਕਈ ਉਹ ਧੀਰਮਲ ਨੂੰ ਹੀ ਭੇਟਾ ਚੜਾ ਕੇ ਜਿਹੜੀ ਗੁਰੂ ਸਾਹਿਬ ਵਾਸਤੇ ਲੈ ਕੇ ਆਏ ਸੀ। ਖਰੋ ਮੇਵਰੋ ਭਇਓ ਅਗਾਰੀ। ਤੇ ਮੇਵੜਾ ਵੀ ਇਹਨਾਂ ਨੇ ਆਪਣਾ ਹੀ ਤਿਆਰ ਕਰ ਲਿਆ, ਆਪਣੇ ਮੇਵੜੇ ਨੂੰ ਖੜਾ ਕਰ ਲਿਆ ਅੱਗੇ। ਲੈ ਧਨ ਕੋ ਅਰਦਾਸ ਉਚਾਰੀ। ਇਹਨਾਂ ਦਾ ਆਪਣਾ ਹੀ ਮੇਵੜਾ, ਆਪੇ ਹੀ ਅਰਦਾਸ, ਬਾਬਾ ਜੀ ਨੂੰ ਧੀਰਮਲ ਜੀ, ਗੁਰੂ ਜੀ ਇੱਦਾਂ ਕਰਕੇ ਇਹ ਭੇਟਾ ਆਈ ਹੈ ਜੀ ਤੁਹਾਡੇ ਚਰਨਾਂ ਵਿੱਚ, ਫਲਾਣੇ ਦੇਸ਼ ਦਾ ਸਿੱਖ ਹੈ ਜੀ, ਫਲਾਣਾ ਪ੍ਰੇਮੀ ਹੈ ਜੀ। ਤੇ ਧੀਰਮਲ ਆਸ਼ੀਰਵਾਦ ਦੇਈ ਜਾਂਦਾ, ਭੋਲੇ ਸਿੱਖ ਵਿਚਾਰੇ ਭੇਟਾ ਚੜਾਈ ਜਾਂਦੇ ਆ। ਇੱਦਾਂ ਇਹਨਾਂ ਨੇ ਪੂਰਨਮਾਸ਼ੀ ਤੋਂ ਇੱਕ ਦਿਨ ਪਹਿਲਾਂ 14 ਵਾਲੇ ਦਿਨ ਇਹ ਪਖੰਡ ਰਚਿਆ ਹੈ। ਇੱਕ ਕੋ ਦੇਖ ਦੂਸਰ ਲੈ ਆਇਓ। ਭੇਡਾ ਚਾਲ ਹੈ ਦੁਨੀਆ ਦੀ, ਜਗ ਕੀ ਭੇਡਾ ਚਾਲ ਚਲਤੇ ਕੇ ਪਾਛੇ ਚਲੇ। ਸੰਸਾਰ ਦੀ ਭੇਡ ਚਾਲ ਹੈ, ਜਿਵੇਂ ਭੇਡ ਇੱਕ ਅੱਗੇ ਤੁਰ ਪੈਂਦੀ ਉਹਦੇ ਪਿੱਛੇ ਸਾਰੀਆਂ ਤੁਰੀ ਜਾਂਦੀਆਂ, ਤੇ ਉੱਦਾਂ ਜੇ ਪਾਣੀ 'ਚ ਵਾੜੋ ਨਹੀਂ ਵੜਦੀਆਂ। ਇੱਕ ਭੇਡ ਨੂੰ ਚੁੱਕ ਕੇ ਅੱਗੇ ਪਾਣੀ ਸੁੱਟ ਦਿਓ, ਸਾਰੀਆਂ ਡੁੱਬ ਮਰਦੀਆਂ। ਇਹ ਦੁਨੀਆ ਦੀ ਰੀਤੀ ਹੈ। ਸੋ ਧੀਰਮਲ ਦੇ ਵੱਲ ਸਾਰੇ ਭੇਡਾਂ ਚਾਲੀ, ਇੱਕ ਭੇਟਾ ਲੈ ਕੇ ਆਇਆ, ਉਹਨੇ ਦੱਸਿਆ, ਦੂਜਾ ਉਹਦੇ ਪਿੱਛੇ ਹੋਰ ਲੈ ਆਇਆ, ਤੀਜਾ ਵੀ ਲੈ ਆਇਆ। ਇੱਦਾਂ ਕਈ ਭੇਡਾਂ ਲੈ ਕੇ ਮੱਥਾ ਟੇਕਣ ਆ ਗਏ। ਅਰਪਹਿ ਗੁਰ ਕੇ ਸਮਲਖ ਪਾਇਓ। ਉਹਨਾਂ ਨੇ ਸਮਝਿਆ ਵੀ ਗੁਰੂ ਦਾ ਪੋਤਰਾ ਹੈ ਜਾਂ ਗੁਰੂ ਹੈ, ਆਪਾਂ ਨੂੰ ਕੀ ਲੈਣਾ, ਮੱਥਾ ਹੀ ਟੇਕਣਾ। ਉਹ ਮੱਥਾ ਟੇਕੀ ਜਾਂਦੇ ਹੈ। ਦੇਖਾ ਦੇਖੀ ਬਹੁ ਸਿੱਖ ਆਏ। ਦੇਖਾ ਦੇਖੀ ਬੜੇ ਸਿੱਖ ਆ ਗਏ। ਅਰਪਣ ਕਰਿਓ ਦਰਬ ਸਮੁਦਾਏ। ਉਹਨਾਂ ਨੇ ਜਾ ਕੇ ਬਾਬੇ ਜੀ ਨੂੰ, ਧੀਰਮਲ ਨੂੰ ਸਾਰੀ ਆਪਣੀ ਮਾਇਆ ਮੋਇਆ ਭੇਟਾ ਕਰਤੀ। ਬਸਤਰ ਵਧੀਆ ਕੀਮਤੀ ਜੋ ਲੈ ਕੇ ਆਏ ਸੀ ਭੇਟਾ ਕਰ ਦਿੱਤੇ। ਚੌਂਦਿਸ਼ ਮਹਿ ਬਹੁ ਨਰ ਪਰਵਾਰੇ। ਆਲੇ ਦੁਆਲੇ ਬੜੀ ਭੀੜ ਇਕੱਠੀ ਕਰ ਲਈ ਧੀਰਮਲ ਨੇ। ਇੱਕ ਆਵੇ ਇੱਕ ਜਾਹੇ ਸਿਧਾਰੇ। ਇੱਕ ਆ ਰਹੇ ਨੇ ਮੱਥਾ ਟੇਕਣ, ਇੱਕ ਮੱਥਾ ਟੇਕ ਕੇ ਜਾ ਰਹੇ ਨੇ। ਸਵਾ ਜਾਮ ਦਿਨ ਜਬ ਲੋਕ ਰਚ ਚਰਿਓ। ਕਹਿੰਦੇ ਸਵੇਰ ਦਾ ਦੀਵਾਨ ਸਜਿਆ ਹੋਇਆ, 11 ਵਜੇ ਤੱਕ 12 ਵਜੇ ਤੱਕ ਸਜਾ ਹੀ ਰੱਖਿਆ। ਸੰਗਤਾਂ ਦੀ ਆਵਾਜਾਈ ਬਣੀ ਰਹੀ, ਸਵਾ ਪਹਿਰ ਤੱਕ ਦਿਨ ਚੜੇ ਤੱਕ। ਬੈਠਿਓ ਆਪ ਪੁਜਾਵਨ ਕਰਿਓ। ਬਾਬਾ ਧੀਰਮਲ ਗੱਦੀ ਤੇ ਬੈਠਾ ਰਿਹਾ, ਸਰਾਣੇ ਦਾ ਢੋਲ ਆ ਕੇ, ਤੇ ਸੰਗਤਾਂ ਕੋਲੋਂ ਆਪਣੀ ਪੂਜਾ ਕਰਾਂਦਾ ਰਿਹਾ। ਸੰਗ ਮਸੰਦ ਜੇ ਦਰਬ ਸੰਭਾਰੈ। ਉਹਦੇ ਜਿਹੜੇ ਮਸੰਦ ਸੀ, ਉਹਦੇ ਚਿਮਚੇ ਸੀਗੇ, ਧੀਰਮਲੀਏ ਮਸੰਦ, ਉਹ ਮਾਇਆ ਸਾਂਭਦੇ ਰਹੇ। ਨਾਲ ਦੀ ਨਾਲ ਵੀ ਕੋਈ ਸਿੱਖ ਨਾ ਗੁਰੂ ਸਾਹਿਬ ਦੇ ਆ ਜਾਣ ਕਿਤੇ, ਉਹ ਪਹਿਲਾਂ ਹੀ ਵੀ ਸਾਫ਼ ਕਰ ਲਈਏ ਇੱਥੋਂ ਜਿੰਨਾ ਕੁਛ ਮਿਲਦਾ ਚੜਾਵਾ, ਉਹ ਸਾਂਭਦੇ ਰਹੇ। ਮਹਿਮਾ ਸਿੱਖਨ ਮਹਿ ਵਿਸਤਾਰੈ। ਤੇ ਸਿੱਖਾਂ ਨੂੰ, ਭੋਲੇ ਸਿੱਖਾਂ ਨੂੰ ਬਾਬੇ ਧੀਰਮਲ ਦੀ ਮਹਿਮਾ ਸੁਣਾਉਂਦੇ ਰਹੇ। ਇਹ ਬੜੇ ਮਹਾਂਪੁਰਸ਼ ਨੇ, ਬੜੇ ਕਰਨੀ ਵਾਲੇ ਨੇ, ਸਤਿਗੁਰੂ ਬੜੇ ਸ਼ਕਤੀ ਵਾਲੇ ਨੇ। ਇੱਦਾਂ ਦੀਆਂ ਗੱਲਾਂ ਕਰਕੇ ਧੀਰਮਲ ਦੀ ਮਾਨਤਾ ਕਰਾਉਂਦੇ ਰਹੇ। ਸਤਿਗੁਰ ਦੇਹੈ ਇਸੈ ਗੁਰਿਆਈ। ਤੇ ਇਹ ਵੀ ਕਹਿੰਦੇ ਰਹੇ ਵੀ ਗੁਰੂ ਸਾਹਿਬ ਇਹਨਾਂ ਨੂੰ ਹੀ ਗੁਰਿਆਈ ਦੇਣਗੇ, ਆਪਣੇ ਵੱਡੇ ਪੋਤਰੇ ਨੂੰ, ਬਾਬੇ ਧੀਰਮਲ ਨੂੰ। ਬਹੁ ਸਨਮਾਨਤ ਲੀਨ ਬੁਲਾਈ। ਆ ਦੇਖੋ ਨਾ ਕਿੰਨੇ ਸਨਮਾਨ ਨਾਲ ਬੁਲਾਇਆ। ਮਾਤਾ ਜੀ ਨੂੰ ਭੇਜਿਆ, ਮਾਤਾ ਜੀ ਲੈ ਕੇ ਆਏ, ਗੁਰੂ ਸਾਹਿਬ ਨੇ ਬੁਲਾਇਆ। ਗੁਰੂ ਸਾਹਿਬ ਨੇ ਤਾਂ ਹੋਰ ਗੱਲ ਹੀ ਬੁਲਾਇਆ ਸੀਗਾ, ਪਰ ਉਹ ਤਾਂ ਇਹਦੇ 'ਚ ਹੈ ਹੀ ਕੋਈ ਨਹੀਂ। ਤੋ ਧੀਰਮਲ ਦੇ ਚਮਚੇ ਜਿਹੜੇ ਹਨ, ਮਸੰਦ, ਉਹ ਕਹਿੰਦੇ ਹਨ ਕਿੰਨਾ ਸਨਮਾਨ ਗੁਰੂ ਸਾਹਿਬ ਇਹਨਾਂ ਦਾ ਕਰਦੇ ਨੇ। ਕਰਤਾਰਪੁਰ ਤੋਂ ਸਪੈਸ਼ਲ ਬੁਲਾਇਆ ਗੱਦੀ ਦੇਣ ਵਾਸਤੇ। ਵੱਡੇ ਪੁੱਤਰ ਕੋ ਪੁੱਤਰ ਵਡੇਰੋ। ਇਹ ਵੱਡੇ ਪੁੱਤਰ ਬਾਬੇ ਗੁਰਦਿੱਤੇ ਜੀ ਦਾ ਵੱਡਾ ਪੁੱਤਰ ਹੈ ਧੀਰਮਲ। ਗੁਣ ਗਨ ਸਹਿਤ ਉਚਿਤ ਇਹੋ ਹੇਰੋ। ਇਹ ਹੀ ਸਾਰੇ ਗੁਣਾਂ ਦੇ ਨਾਲ ਭਰਪੂਰ ਹੈ। ਇਹ ਉਚਿਤ ਹੈ ਗੁਰਿਆਈ ਗੱਦੀ ਦੇ। ਇਸ ਕਰਕੇ ਇਹਨਾਂ ਨੂੰ ਗੁਰੂ 6ਵੇਂ ਪਾਤਸ਼ਾਹ ਜੀ ਨੇ ਕਰਤਾਰਪੁਰ ਤੋਂ ਸੱਦਿਆ ਹੈ। ਪੂਜਨੀ ਸਭ ਜਗ ਕੋ ਜਾਣਿਓ। ਇਹ ਸਾਰੀ ਦੁਨੀਆ ਦੇ ਪੂਜਨੀਕ ਗੁਰੂ ਹਨ, ਇਸ ਕਰਕੇ ਨਿਜ ਪਾਛੈ ਜਾਂਤੇ ਗੁਰ ਜਾਣੇ ਠਾਨਿਓ। ਇਹਨਾਂ ਨੂੰ ਆਪਣੀ ਥਾਂ ਤੇ ਗੁਰਤਾ ਗੱਦੀ ਦੇਣਗੇ 6ਵੇਂ ਪਾਤਸ਼ਾਹ ਜੀ। ਉਹਨਾਂ ਨੇ ਇਸ ਕਰਕੇ ਬੁਲਾਇਆ, ਭਾਈ ਇਹਨਾਂ ਦੇ ਦਰਸ਼ਨ ਕਰੋ, ਹੁਣ ਇਹੀ ਗੁਰੂ ਹਨ। ਸੁਣ ਸਿੱਖ ਜੇ ਅਨਜਾਨ ਮਹਾਨੇ। ਜਿਹੜੇ ਬਹੁਤੇ ਅਣਜਾਣ ਸਿੱਖ ਸੀਗੇ, ਜਿਨ੍ਹਾਂ ਨੂੰ ਗੁਰਬਾਣੀ ਦਾ ਗਿਆਨ ਨਹੀਂ ਸੀ, ਜਿਨ੍ਹਾਂ ਨੂੰ ਗੁਰੂ ਘਰ ਦੀ ਪਰੰਪਰਾ ਦਾ ਗਿਆਨ ਨਹੀਂ ਸੀ, ਨਵੇਂ ਵਿਚਾਰੇ ਜੁੜੇ ਸਨ। ਅਰਪਹਿ ਧਨ ਕੋ ਬੰਧਨ ਠਾਨੇ। ਉਹ ਭੋਲੇ ਭਾਲੇ ਸਿੱਖ ਧੀਰਮਲ ਨੂੰ ਹੀ ਆਪਣਾ ਦਸਵੰਧ ਦੇ ਦੇ ਕੇ ਮੱਥਾ ਟੇਕਣ ਲੱਗ ਪਏ। ਸਵਾ ਜਾਮ ਥਿਰ ਹੋਇਆ ਪੁਨ ਗਇਓ। ਕਹਿੰਦੇ ਸਵਾ ਪਹਿਰ ਜਦੋਂ ਦਿਨ ਚੜ੍ਹ ਗਿਆ, ਕੋਈ 11 11:30 ਵਜੇ ਦਾ ਟਾਈਮ ਹੋ ਗਿਆ, ਉਸ ਵੇਲੇ ਖਾਨ ਪਾਨ ਸਭ ਠਾਨਤ ਭਇਓ। ਸਾਰੇ ਉੱਠੇ ਹਨ। ਫਿਰ ਦਰਬਾਰ ਦੀ ਸਮਾਪਤੀ ਕਰਕੇ ਲੰਗਰ ਪ੍ਰਸ਼ਾਦਾ ਛਕਿਆ ਇਹਨਾਂ ਨੇ।
ਕਰ ਬਿਸਰਾਮ ਦੁਪਹਿਰਾ ਢਰਿਓ। ਦੁਪਹਿਰੇ ਆਰਾਮ ਕੀਤਾ ਧੀਰਮਲ ਨੇ ਘਰ ਦੇ ਵਿੱਚ। ਨਿਕਟ ਗੁਰੂ ਕਿਨ ਜਾਏ ਉਚਰਿਓ। ਮਹਾਰਾਜ ਅੰਦਰ ਬੈਠੇ ਸਨ 2 ਦਿਨ ਵਾਸਤੇ। ਮਹਾਰਾਜ ਕਹਿੰਦੇ ਸੀ ਪੂਰਨਮਾਸ਼ੀ ਨੂੰ ਦਰਸ਼ਨ ਦੇਣੇ ਆ, ਤੇ ਸਤਿਗੁਰੂ ਅੰਦਰ ਰਹਿੰਦੇ ਸਨ। ਤੇ ਮਹਾਰਾਜ ਨੂੰ ਕਿਸੇ ਸਿੱਖ ਨੇ ਜਾ ਕੇ ਧੀਰਮਲ ਦੀ ਸਾਰੀ ਗੱਲ ਦੱਸੀ ਹੈ। ਧੀਰਮਲ ਮੰਜੀ ਕੋ ਲਾਏ। ਇਹ ਸਤਿਗੁਰੂ ਜੀ ਅੱਜ ਧੀਰਮਲ ਨੇ ਮੰਜੀ ਲਾ ਕੇ, ਦੀਵਾਨ ਲਾ ਕੇ, ਗੱਦੀ ਲਾ ਕੇ ਸੰਗਤਾਂ ਕੋਲੋਂ ਮੱਥਾ ਟਿਕਵਾਇਆ ਹੈ। ਗੁਰਿਆਈ ਕੋ ਤੌਰ ਬਣਾਏ। ਉਹਨੇ ਗੁਰਿਆਈ ਦੇ ਤੌਰ ਤਰੀਕੇ ਅਨੁਸਾਰ ਜਿਵੇਂ ਆਪ ਜੀ ਦਰਬਾਰ 'ਚ ਬੈਠਦੇ ਹੋ, ਉੱਦਾਂ ਧੀਰਮਲ ਨੇ ਦਰਬਾਰ ਲਾ ਕੇ ਸੰਗਤਾਂ ਕੋਲੋਂ ਆਪਣੀ ਪੂਜਾ ਕਰਾਈ ਹੈ। ਬੈਠ ਪਰਾਤ ਤੇ ਬੀਚ ਬਾਜ਼ਾਰ। ਸੱਚੇ ਪਾਤਸ਼ਾਹ ਜੀ ਸਵੇਰ ਦਾ ਬਾਜ਼ਾਰ 'ਚ ਬੈਠਾ ਰਿਹਾ ਦੀਵਾਨ ਲਾ ਕੇ। ਪੁਜਵਾਇਓ ਧਨ ਚੜਿਓ ਉਦਾਰ। ਉਹਨੇ ਆਪਣੀ ਪੂਜਾ ਕਰਾਈ ਹੈ। ਬਹੁਤ ਚੜਾਵਾ ਵੀ ਸੰਗਤਾਂ ਦਾ ਚੜਾ ਉਹਨੂੰ ਚੜ ਗਿਆ। ਜਿੰਨੀ ਸੰਗਤ ਮਾਇਆ ਲੈ ਕੇ ਆਈ ਸੀ ਗੁਰੂ ਘਰ ਦੇ ਲੰਗਰਾਂ ਵਾਸਤੇ, ਉਹ ਸਾਰੀ ਧੀਰਮਲ ਨੂੰ ਮੱਥਾ ਟੇਕ ਗਈ ਹੈ। ਸਿੱਖ ਸੈਂਕੜੇ ਥਿਰ ਭੇ ਪਾਸਾ। ਹਾਂ, ਸੈਂਕੜੇ ਸਿੱਖ ਉਹਦੇ ਕੋਲ ਦੀਵਾਨ 'ਚ ਬੈਠੇ ਰਹੇ ਨੇ, ਉਹਨੂੰ ਮੱਥੇ ਟੇਕਦੇ ਰਹੇ ਨੇ। ਦੇਖਾ ਦੇਖੀ ਬਹੁਤ ਦੁਨੀਆ ਨੂੰ ਮਗਰ ਲਾਇਆ ਉਸਨੇ। ਲੇਹਿ ਉਪਾਇਨ ਕਰ ਅਰਦਾਸ। ਤੇ ਸੰਗਤਾਂ ਭੇਟਾਵਾਂ ਦਿੰਦੀਆਂ ਰਹੀਆਂ ਤੇ ਉਹਨਾਂ ਨੂੰ ਇਹ ਉਹਨਾਂ ਦੇ ਅਰਦਾਸੇ ਕਰਦਾ ਰਿਹਾ। ਸਵਾ ਜਾਮ ਲਗ ਮੇਲਾ ਰਹਿਓ। ਸਵਾ ਪਹਿਰ ਦਿਨ ਚੜ੍ਹੇ ਤੱਕ ਮੇਲਾ ਗੁਰੂ ਜੀ ਧੀਰਮਲ ਨੇ ਲਾਈ ਰੱਖਿਆ ਹੈ। ਇਹ ਗੁਰ ਹੋਏ ਸਭ ਹਿਨ ਮਹਿ ਕਹਿਓ। ਤੇ ਉਹਦੇ ਮਸੰਦਾਂ ਨੇ ਸੰਗਤ ਨੂੰ ਇਹ ਅਨਾਉਂਸਮੈਂਟ ਕੀਤੀ ਹੈ, ਬਾਰ-ਬਾਰ ਕਿਹਾ ਹੈ ਵੀ ਬਾਬਾ ਧੀਰਮਲ ਜੀ ਨੇ ਹੀ ਹੁਣ ਗੁਰੂ ਬਣਨਾ ਹੈ। ਹਾਂਜੀ, ਸਿਆਣੇ ਸਿੱਖ ਮਸੰਦ ਜੇ ਸਿਆਣੇ। ਜਿਹੜੇ ਸਿਆਣੇ ਸਿੱਖ ਮਸੰਦ ਉਹ ਤਾਂ ਨਹੀਂ ਗਏ, ਪਰ ਜਿਹੜੇ ਵਿਚਾਰੇ ਭੋਲੇ ਭਾਲੇ ਸਿੱਖ ਸੀਗੇ ਉਹ ਧੀਰਮਲ ਦੇ ਬੰਦਿਆਂ ਦੇ ਆਖੇ ਲੱਗ ਕੇ ਉਹਦੇ ਕੋਲ ਮੱਥਾ ਟੇਕਣ ਗਏ ਹਨ। ਸੋ ਨਹਿ ਗਏ ਹਾਸ ਕੋ ਠਾਨੇ। ਜਿਹੜੇ ਪੁਰਾਣੇ ਸਿੱਖ ਸੀ ਮਹਾਰਾਜ ਬਾਬੇ ਭਾਨੇ ਵਰਗੇ, ਜੋਧ ਸ਼ਾਹ ਵਰਗੇ, ਜਿਨ੍ਹਾਂ ਨੂੰ ਗੁਰੂ ਘਰ ਦੀ ਮਰਜ਼ਾਦਾ ਦਾ ਪਤਾ ਹੈ, ਜਿਹੜੇ ਗੁਰਬਾਣੀ ਦੇ ਰੰਗ 'ਚ ਰੰਗੇ ਹੋਏ ਹਨ, ਉਹ ਤਾਂ ਧੀਰਮਲ ਨੂੰ ਮੱਥਾ ਟੇਕਣ ਨਹੀਂ ਗਏ। ਉਹ ਤਾਂ ਬਲਕਿ ਹੱਸਦੇ ਰਹੇ ਹਨ ਵੀ ਧੀਰਮਲ ਕਿਹੜੀ ਕਰਤੂਤਾਂ ਕਰ ਰਿਹਾ ਹੈ, ਇਹ ਬਚਕਾਨਾ ਹਰਕਤਾਂ ਹਨ, ਇਹ ਨਹੀਂ ਕਰਨੀਆਂ ਚਾਹੀਦੀਆਂ। ਇਹਨੂੰ ਗੁਰੂ ਸਾਹਿਬ ਦੇ ਹੁੰਦਿਆਂ ਕਿਸੇ ਨੂੰ ਗੱਦੀ ਨਹੀਂ ਲਾਣੀ ਚਾਹੀਦੀ। ਪਰ ਜਿਹੜੇ ਆਮ ਭੋਲੇ ਲੋਕ ਸਨ ਉਹਨਾਂ ਨੂੰ ਪਤਾ ਨਹੀਂ ਨਾ ਗੱਲਾਂ ਦਾ, ਉਹ ਮੱਥਾ ਟੇਕਣ ਗਏ ਹਨ। ਤੀਨੋ ਪੁੱਤਰ ਸੋ ਪੋਤਰੈ ਦੋਏ। ਮਹਾਰਾਜ ਜੀ ਆਪ ਜੀ ਦੇ 3 ਸਪੁੱਤਰ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਤੇ ਬਾਬਾ ਤੇਗ ਬਹਾਦਰ ਜੀ ਹਨ, ਅਤੇ ਆਪ ਜੀ ਦੇ 2 ਪੋਤਰੇ ਬਾਬਾ ਧੀਰਮਲ ਤੇ ਬਾਬਾ ਹਰ ਰਾਏ ਜੀ ਹਨ। ਜਿਸ ਗੁਰ ਥਾਪ ਹੈ ਸੋ ਗੁਰ ਹੋਏ। ਸੰਗਤ ਕਹਿੰਦੀ ਹੈ ਵੀ ਜਿਹਨੂੰ 6ਵੇਂ ਪਾਤਸ਼ਾਹ ਗੱਦੀ ਦੇਣਗੇ ਅਸੀਂ ਉਹਨੂੰ ਮੰਨਾਂਗੇ। ਜੇ ਬਾਬਾ ਸੂਰਜਮਲ ਜੀ ਨੂੰ ਦੇਣਗੇ ਤਾਂ ਅਸੀਂ ਉਹਨਾਂ ਨੂੰ ਮੱਥਾ ਟੇਕਾਂਗੇ ਗੁਰੂ ਸਮਝ ਕੇ। ਜੇ ਅਣੀ ਰਾਏ ਨੂੰ ਦੇਣਗੇ ਤਾਂ ਉਹਨਾਂ ਨੂੰ ਮੱਥਾ ਟੇਕਾਂਗੇ। ਜੇ ਤੇਗ ਬਹਾਦਰ ਨੂੰ ਦੇਣਗੇ ਉਹਨਾਂ ਨੂੰ ਮੱਥਾ ਟੇਕਾਂਗੇ। ਜੇ ਬਾਬਾ ਧੀਰਮਲ ਜੀ ਨੂੰ ਦੇਣਗੇ ਅਸੀਂ ਉਹਨਾਂ ਨੂੰ ਮੱਥਾ ਟੇਕਾਂਗੇ। ਜੇ ਹਰ ਰਾਏ ਸਾਹਿਬ ਨੂੰ ਦੇਣਗੇ ਉਹਨਾਂ ਨੂੰ ਟੇਕਾਂਗੇ। 5 ਵਿੱਚੋਂ 3 ਪੁੱਤਰ ਹਨ, 2 ਪੋਤਰੇ ਹਨ। ਇਹ 5 ਗੁਰੂ ਦੇ ਬੱਚੇ ਹਨ, ਜਿਨ੍ਹਾਂ ਵਿੱਚੋਂ ਕਿਸੇ ਨੂੰ ਗੁਰਿਆਈ ਮਿਲਣੀ ਹੈ। ਇਹ ਹੁਣ ਜਿਹਦੀ ਗੁਰੂ ਨੂੰ ਮਰਜ਼ੀ ਹੋਵੇਗੀ ਜਿਸ ਨੂੰ ਦੇਣ ਦੀ, ਉਹਨੂੰ ਦੇਣਗੇ ਸਤਿਗੁਰੂ ਜੀ। ਬਿਨ ਥਾਪ ਹੈ ਹਮ ਮਾਨੈ ਨਾਹੀ। ਜਿੰਨਾ ਚਿਰ ਗੁਰੂ ਸਾਹਿਬ ਆਪ ਨਹੀਂ ਗੁਰਿਆਈ ਦਿੰਦੇ ਅਸੀਂ ਨਹੀਂ ਮੰਨਣਾ ਕਿਸੇ ਨੂੰ ਵੀ। ਨਹਿ ਪਹੁੰਚੇ ਇਮ ਲਖ ਮਨ ਮਾਹੀ। ਉਹ ਸਿੱਖ ਬਹੁਤ ਸਿਆਣੇ ਨਿਕਲੇ ਨੇ। ਉਹ ਧੀਰਮਲ ਦੇ ਦੀਵਾਨ 'ਚ ਨਹੀਂ ਗਏ, ਨਾ ਧੀਰਮਲ ਦੇ ਉਹਨਾਂ ਨੇ ਦਰਸ਼ਨ ਕੀਤੇ, ਨਾ ਭੇਟਾ ਚੜ੍ਹਾਈ, ਨਾ ਮੱਥਾ ਟੇਕਿਆ। ਸੁਨ ਸਤਿਗੁਰ ਕੈ ਹੋਇਓ ਛੋਭ। ਇਹ ਸੁਣ ਕੇ ਮਹਾਰਾਜ ਨੂੰ ਬੜਾ ਦੁੱਖ ਲੱਗਾ ਵੀ ਧੀਰਮਲ ਨੇ ਬਹੁਤ ਮਾੜੀ ਕੀਤੀ ਹੈ। ਜਾਣਿਓ ਧੀਰਮਲ ਬੜ ਲੋਭ। ਮਹਾਰਾਜ ਜਾਣ ਗਏ ਵੀ ਧੀਰਮਲ ਬੜਾ ਲਾਲਚੀ ਹੈ। ਇਹਨੂੰ ਮਾਣ ਪ੍ਰਤਿਸ਼ਠਾ ਦਾ, ਧਨ ਪਦਾਰਥਾਂ ਦਾ ਬਹੁਤ ਲਾਲਚ ਹੈ। ਬੇਮਿਰਜਾਦ ਕਰਤ ਇਹੋ ਰਹਿਓ। ਇਹ ਪਹਿਲਾਂ ਵੀ ਬੇਮਰਜ਼ਾਦਾ ਬੜੇ ਪੁੱਠੇ ਕੰਮ ਕਰਦਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਕਪਟ ਕਰ ਲਹਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇਸਨੇ ਕਪਟ ਕਰਕੇ ਧੋਖੇ ਨਾਲ ਆਪਣੇ ਕੋਲ ਰੱਖ ਲਿਆ ਹੈ। ਅਬ ਹੈ ਹਕਾਰਿਓ ਕਾਰਨ ਔਰ। ਤੇ ਹੁਣ ਇਹਨੂੰ ਕਿਸੇ ਹੋਰ ਕਾਰਨ ਕਰਕੇ ਬੁਲਾਇਆ ਸੀ
ਤੇ ਇਹ ਹੋਰ ਸਮਝ ਬੈਠਾ ਹੈ। ਬਨ ਗੁਰ ਬੈਠਿਓ ਹੈ ਇਸ ਠੌਰ, ਇਹ ਗੁਰੂ ਬਣ ਕੇ ਗੱਦੀ ਲਾ ਬੈਠਾ, ਸਾਡੀ ਬਰਾਬਰੀ ਕਰਦਾ ਹੈ। ਨਿਕਟ ਦਾਸ ਕੋ ਕਹਿਓ ਸੁਨਾਏ, ਮਹਾਰਾਜ ਨੇ ਆਪਣੇ ਨਿਕਟਵਰਤੀ ਸੇਵਾਦਾਰਾਂ ਨੂੰ ਹੁਕਮ ਦਿੱਤਾ ਅਬ ਕੇ ਜੇ ਬੈਠ ਹੈ ਕਿਸ ਥਾਏ, ਬਈ ਜੇ ਹੁਣ ਧੀਰਮਲ ਕਿਤੇ ਦੀਵਾਨ ਲਾ ਕੇ ਬੈਠੇ ਕਰਹੁ ਨਿਰਾਦਰ ਦੇਹੋ ਉਠਾਏ, ਤਾਂ ਬਾਹੋਂ ਫੜ ਕੇ ਉਠਾ ਦਿਓ ਉਹਨੂੰ। ਤੁਸੀਂ ਬਿਲਕੁਲ ਮਨ ਵਿੱਚ ਸ਼ੰਕਾ ਨਹੀਂ ਕਰਨਾ, ਸਾਡਾ ਹੁਕਮ ਹੈ, ਉਹਦਾ ਨਿਰਾਦਰ ਕਰਕੇ ਉਠਾਣਾ ਉਹਨੂੰ। ਵੀ ਤੂੰ ਕੌਣ ਹੁੰਦਾ ਗੱਦੀ ਲਾਉਣ ਵਾਲਾ, ਗੁਰੂ ਸਾਹਿਬ ਦੀ ਸੰਗਤ ਦੇ ਵਿੱਚ ਭੁਲੇਖਾ ਪਾਉਣ ਵਾਲਾ। ਪੁਰ ਤੇ ਵਹਿਰ ਕਰਹੁ ਸਹਸਾਏ, ਤੇ ਸ੍ਰੀ ਕੀਰਤਪੁਰ ਸਾਹਿਬ ਤੋਂ ਬਾਹਰ ਕੱਢ ਦਿਓ, ਇਹ ਸਾਡਾ ਹੁਕਮ ਹੈ। ਹਾਂਜੀ, ਇਮ ਦਾਸਨ ਸੋ ਹੁਕਮ ਬਖਾਨਾ, ਇਸ ਤਰ੍ਹਾਂ ਮਹਾਰਾਜ ਨੇ ਆਪਣੇ ਸੇਵਾਦਾਰਾਂ ਨੂੰ ਹੁਕਮ ਦਿੱਤਾ ਹੈ। ਰਹਿਓ ਜਾਮ ਦਿਨ ਭੇ ਸਾਵਧਾਨਾ, ਜਦੋਂ ਸ਼ਾਮ ਦਾ ਟਾਈਮ ਹੋਇਆ 4 ਵਜੇ ਦਾ, ਇੱਕ ਪਹਿਰ ਦਿਨ ਰਹਿ ਗਿਆ, ਫਿਰ ਧੀਰਮਲ ਨੇ ਦੀਵਾਨ ਲਾਉਣ ਦੀ ਤਰੀਕ ਸੋਚੀ। ਧੀਰਮਲ ਪ੍ਰਾਤੀ ਜਿਮ ਬੈਸਾ, ਜਿਵੇਂ ਸਵੇਰੇ ਬੈਠਾ ਸੀ ਸ਼ਾਮ ਨੂੰ ਫਿਰ ਉੱਥੇ ਦੀਵਾਨ ਲਾ ਕੇ ਗੱਦੀ ਲਾ ਕੇ ਬੈਠ ਗਿਆ। ਸਜ ਤਨ ਬੇਸ ਬਨਾਇਓ ਤੈਸਾ, ਜਿਵੇਂ ਸਵੇਰੇ ਕਲਗੀਆਂ ਲਾਈਆਂ ਸੀਗੀਆਂ, ਸੋਹਣੇ ਕੱਪੜੇ ਪਾਏ ਸੀ, ਹੁਣ ਵੀ ਬੜੇ ਆਲੀਸ਼ਾਨ ਬਸਤਰ ਪਹਿਨ ਕੇ, ਗਹਿਣੇ ਗੱਟੇ ਪਹਿਨ ਕੇ ਸਜ ਧਜ ਕੇ ਬੈਠ ਗਿਆ। ਤਿਸੀ ਥਾਨ ਪਰ ਬੈਠਿਓ ਆਨ, ਉਸੇ ਜਗ੍ਹਾ ਤੇ ਆ ਬੈਠਾ ਜਿੱਥੇ ਸਵੇਰੇ ਬੈਠਾ ਸੀ ਦੀਵਾਨ ਲਾ ਕੇ। ਬੜ ਮਸ ਨੰਦ ਦਸਾਵਨ ਥਾਨ, ਜਿਹੜੀ ਬੜੀ ਵੱਡੀ ਗੱਦੀ ਡਾਈ ਹੋਈ ਸੀ, ਮਸਨਦ ਲਾਈ ਹੋਈ ਸੀ, ਨਿਜ ਪਰ ਚਮਰ ਫਿਰਾਵਨ ਕਰਹੀ, ਆਪਣੇ ਸਿਰ ਤੇ ਚੌਰ ਕਰਾਂਦਾ ਹੈ। ਲੋਭ ਦਰਬ ਕੋ ਦੀਰਘ ਧਰਹੀ, ਪੈਸੇ ਦਾ ਲਾਲਚ ਹੈ, ਹੋਰ ਕੁਛ ਨਹੀਂ। ਮਾਇਆ ਮੈਨੂੰ ਚੜਾਵਾ ਚੜ ਜਾਵੇ, ਕੱਲ ਗੁਰੂ ਸਾਹਿਬ ਨੂੰ ਜਿਹੜੀ ਚੜ੍ਹਨੀ ਅੱਜ ਮੈਂ ਲੈ ਜਾਵਾਂ ਪਹਿਲਾਂ ਹੀ। ਹਾਂਜੀ, ਹਿਰਦੈ ਪ੍ਰਮੋਦਤ ਮੈਂ ਗੁਰ ਬਣਿਓ, ਮਨ 'ਚ ਖੁਸ਼ ਵੀ ਹੈ ਵੀ ਸਵੇਰੇ ਬੜੀ ਸੰਗਤ ਨੇ ਮਾਨਤਾ ਕੀਤੀ, ਮੈਂ ਤਾਂ ਗੁਰੂ ਬਣਿਆ ਪਿਆ, ਮੇਰਾ ਗੁਰਿਆਈ ਦਾ ਰਸਤਾ ਸਾਫ਼ ਹੈ ਹੁਣ। ਹਾਂਜੀ, ਸਭ ਸੰਗਤ ਮਹਿ ਜੇ ਅਬ ਮਨਿਓ, ਜੇ ਹੁਣ ਮੈਂ ਸੰਗਤ 'ਚ ਮਾਨਤਾ ਹੋ ਗਈ ਤੇ ਫਿਰ ਮਾਨਤਾ ਪੱਕੀ ਰਹੇਗੀ ਮੇਰੀ, ਬਹੁਰ ਨਾ ਮੇਰੀ ਪੂਜਾ ਜਾਏ, ਫਿਰ ਮੇਰੀ ਪੂਜਾ ਜਾਂਦੀ ਨਹੀਂ ਕਿਤੇ। ਚਾਹੁੰਦੇ ਸ਼ਕੇ ਸਿੱਖ ਪਿਖ ਸਮੁਦਾਏ, ਤੇ ਸਿੱਖ ਸੰਗਤਾਂ ਸਾਧ ਸੰਗਤ ਜੀ ਚਾਰੇ ਪਾਸੇ ਦੀਆਂ ਧੀਰਮਲ ਨੂੰ ਦੇਖਦੀਆਂ, ਮੱਥਾ ਟੇਕਦੀਆਂ, ਇਸ ਤੇ ਆਦਿਕ ਹਿਰਦੈ ਵਿਚਾਰਤ, ਇਦਾਂ ਦੀ ਵਿਚਾਰ ਕਰਦਾ ਵੀ ਹੁਣ ਮੈਨੂੰ ਚਾਰੇ ਪਾਸੇ ਦੀਆਂ ਸੰਗਤਾਂ ਮੰਨਣਗੀਆਂ। ਅਨੇਕ ਵਿਦਨ ਕੇ ਦੰਭ ਪਸਾਰਤ, ਬੜੇ ਤਰ੍ਹਾਂ ਦੇ ਪਖੰਡ ਰਚਦਾ ਵੀ ਧੀਰਮਲ। ਇਤਨੇ ਮਹਿ ਸਤ ਗੁਰ ਕੇ ਦਾਸ, ਇਹਨੇ ਨੂੰ ਮਹਾਰਾਜ ਦੀ ਫੌਜ ਦੇ ਸਿੱਖ ਵੀ ਪਹੁੰਚ ਗਏ। ਬੈਠਿਓ ਸੁਨ ਪਹੁੰਚੇ ਤਿਸ ਪਾਸ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਧੀਰਮਲ ਗੱਦੀ ਲਾ ਕੇ ਫਿਰ ਬੈਠ ਗਿਆ, ਤਾਂ ਗੁਰੂ ਸਾਹਿਬ ਦੇ ਯੋਧੇ ਪਹੁੰਚ ਗਏ। ਸੰਗ ਮਸੰਦ ਅਪਰ ਨਰ ਜੇਈ, ਜਿਹੜੇ ਹੋਰ ਉਹਦੇ ਬੰਦੇ ਸਨ, ਧੀਰਮਲ ਦੇ ਮਸੰਦ ਸਨ, ਦੇਈ ਗਾਰ ਅਰ ਮਾਰੇ ਤੇਈ, ਉਹਨਾਂ ਨੂੰ ਫਿਰ ਪਹਿਲਾਂ ਤਾਂ ਉਹਨੂੰ ਝਿੜਕਿਆ, ਜਦੋਂ ਉਹ ਮਾੜੀ ਜੀ ਤਿੜਫੜ ਜੀ ਕਰਨ ਲੱਗੇ ਅੱਗੋਂ, ਫਿਰ ਸਿੱਖਾਂ ਨੇ ਸੋਧਾ ਵੀ ਲਾਇਆ ਉਹਨਾਂ ਨੂੰ ਚੰਗਾ। ਕੇਤਕ ਕੀ ਪਗਿਆ ਗਿਰ ਪਰੀ, ਕਈਆਂ ਦੀਆਂ ਤੇ ਪੱਗਾਂ ਲੈ ਗਈਆਂ, ਕਈਆਂ ਨੂੰ ਕਸੁੰਨ ਬੱਟਾ, ਚੰਗਾ ਹੋਇਆ ਫਿਰ ਉੱਥੇ। ਕੇਤਕ ਪਲਾਏ ਗਏ ਤਿਸ ਘਰੀ, ਗਈ ਫਿਰ ਦੌੜ ਗਏ, ਵੇਖਿਆ ਵੀ ਲੈ ਹੁਣ ਤਾਂ ਸਿੱਖ ਝਟਕ ਦੇਣਗੇ, ਇਹਦੇ ਮੁੱਕੇ ਕਸੁੰਨਾਂ ਤੋਂ ਕਿਤੇ ਤਲਵਾਰਾਂ ਹੀ ਨਾ ਕੱਢ ਲੈਣ, ਕਿਉਂਕਿ ਮਹਾਰਾਜ 6ਵੇਂ ਪਾਤਸ਼ਾਹ ਦੀ ਫੌਜ ਬੜੀ ਤਗੜੀ ਸੀਗੀ। ਉਹ ਜਿਹੜੇ ਧੀਰਮਲ ਦੇ ਮਸੰਦ ਸੀਗੇ, ਉਹ ਡਰਦੇ ਮਾਰੇ ਦਰਬਾਰ ਚੋਂ ਦੌੜਨ ਲੱਗੇ ਹਨ। ਛੀਨ ਚਮਰ ਸੋ ਦਇਓ ਬਗਾਏ, ਉਹ ਜਿਹੜਾ ਚੌਰ ਬਰਦਾਰ ਚੌਰ ਕਰੀ ਜਾਂਦਾ ਸੀ, ਉਹ ਖੋਹ ਕੇ ਪਰੇ ਸੁੱਟਿਆ। ਦੂਰ ਕਰਿਓ ਉਪਧਾਨ ਉਠਾਏ, ਇੱਕ ਸਰਾਣਾ ਲਾਈ ਬੈਠਾ, ਚੁੱਕ ਕੇ ਗੱਦੀ ਤੋਂ ਪਰੇ ਮਾਰਿਆ। ਤਰਜ ਤਰਜ ਬਹੁ ਵਰਜਨ ਕਰੇ, ਤਾੜਦਾ ਕਰ ਕਰਕੇ, ਝਿੜਕਾਂ ਦੇ ਦੇ ਕੇ ਦਫਾ ਹੋ ਜਾਓ, ਇੱਥੋਂ ਨਿਕਲੋ। ਮਰਾ ਕੇਤਕ ਜਨ ਕੇ ਕਰ ਧਰੇ, ਕਈਆਂ ਨੂੰ ਮੁੱਕੀ ਕਸੁੰਨ ਵੀ ਹੋਇਆ। ਸਤਿਗੁਰ ਅਛਤ ਆਪ ਬਨ ਬੈਠੇ, ਕਹਿਣ ਲੱਗੇ ਤੁਸੀਂ ਮੂਰਖੋ, ਤੋਂ ਸ਼ਰਮ ਨਹੀਂ ਆਉਂਦੀ? ਧੀਰਮਲ ਤੈਨੂੰ ਸ਼ਰਮ ਨਹੀਂ ਆਉਂਦੀ? ਮਹਾਰਾਜ ਦੇ ਹੁੰਦਿਆਂ, ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਹੁੰਦਿਆਂ ਸੌਂਦਿਆਂ ਤੁਸੀਂ ਆਪ ਗੱਦੀ ਲਾ ਕੇ ਗੁਰੂ ਦੀ ਬਰਾਬਰੀ ਕਰਦੇ ਹੋ। ਠੱਗੋ ਸਿੱਖ ਹਿਤ ਦਰਬ ਇਕੱਠੇ, ਕੋਈ ਸੰਗਤਾਂ ਦੀ ਮਾਇਆ ਠੱਗੀ ਮਾਰਦੇ ਹੋ, ਸੰਗਤਾਂ ਨੂੰ ਧੋਖਾ ਕਰਦੇ ਹੋ। ਬਹੁਰ ਜੇ ਬੈਠੋ ਕਰੋ ਪਖੰਡ, ਜੇ ਫੇਰ ਬੈਠੋਗੇ ਫਿਰ ਪਖੰਡ ਕਰੋਗੇ। ਮੁਸ਼ਕੈ ਬਾਂਧ ਦੇਹ ਬਹੁ ਡੰਡ, ਤੇ ਫਿਰ ਤੁਹਾਡੀਆਂ ਮੁਸ਼ਕਾਂ ਬੰਨ ਕੇ ਤੁਹਾਨੂੰ ਬੜਾ ਡੰਡ ਦਿਆਂਗੇ। ਹੁਕਮ ਗੁਰੂ ਕੋ ਮਿਟ ਹੈ ਨਾਹੀ, ਗੁਰੂ ਦਾ ਹੁਕਮ ਮਿਟਣਾ ਕੋਈ ਨਹੀਂ।
ਗੁਰੂ ਦਾ ਹੁਕਮ ਅਟਲ ਹੈ ਤੇ ਤੁਹਾਨੂੰ ਤੁਹਾਡੇ ਕਰਮਾਂ ਦੀ ਸਜ਼ਾ ਬਹੁਤ ਜ਼ਿਆਦੀ ਦੇਵਾਂਗੇ ਫਿਰ ਜੇ ਬੰਦੇ ਬਣ ਜਾਓ। ਸੰਕਟ ਸਹੋ ਕੈਦ ਕੇ ਮਾਹੀ। ਸਾਰਿਆਂ ਨੂੰ ਕੈਦ ਕਰ ਲਾਂਗੇ, ਜੇਲ੍ਹ 'ਚ ਸੁੱਟਦੇ ਆ। ਮਹਾਰਾਜ ਨੇ ਜੇਲ੍ਹ ਵੀ ਬਣਾਈ ਹੋਈ ਸੀ ਇਹੋ ਜਿਹੇ ਬੰਦਿਆਂ ਵਾਸਤੇ, ਫੌਜ ਜੋ ਰੱਖੀ ਸੀ, ਸਾਰਾ ਕੁਝ ਸਿਸਟਮ ਰਾਜਿਆਂ ਮਹਾਰਾਜਿਆਂ ਵਾਲਾ ਸੀ। ਕਹਿੰਦੇ ਜੇਲ੍ਹ 'ਚ ਫਿਰ ਦੁਖੀ ਹੋਵੋਗੇ। ਇਤਿਆਦਿਕ ਬਹੁ ਕਰ ਅਪਮਾਨਾ। ਇਸ ਤਰ੍ਹਾਂ ਝਿੜਕਾਂ ਦੇ ਦੇ ਕੇ ਧੀਰ ਮਲ ਸੋ ਬਾਹਰ ਬਖਾਨਾ। ਤੇ ਧੀਰਮਲ ਨੂੰ ਪੰਜਾਬੀ 'ਚ ਸੁਣਾ ਦਿੱਤਾ। ਜੇ ਨਿਜ ਭਲਾ ਚਾਹੋ ਚੜ ਜਾਵੋ। ਧੀਰਮਲ ਜੇ ਤੂੰ ਆਪਣਾ ਭਲਾ ਚਾਹੁੰਦਾ ਨਾ, ਹੁਣੇ ਹੀ ਇੱਥੋਂ ਚਲਾ ਜਾ ਕਰਤਾਰਪੁਰ ਵੱਲ, ਜਿੱਥੇ ਮਰਜ਼ੀ ਚਲਾ ਜਾ, ਕੀਰਤਪੁਰ ਤੋਂ ਨਿਕਲ ਜਾ। ਨਾ ਤਾਂ ਅਪਮਾਨ ਕਸ਼ਟ ਕੋ ਪਾਵੋ। ਨਹੀਂ ਤਾਂ ਤੇਰਾ ਤੇ ਹੋਰ ਅਪਮਾਨ ਹੋਵੇਗਾ, ਬੜਾ ਭਾਰੀ ਕਸ਼ਟ ਹੋਵੇਗਾ। ਹੁਕਮ ਗੁਰੂ ਕੋ ਥਿਰ ਨਹਿ ਰਹੀ ਹੈ। ਇਹ ਗੁਰੂ ਸਾਹਿਬ ਦਾ ਹੁਕਮ ਐਸੀ ਨਹੀਂ ਕਹਿ ਰਹੇ। ਮਹਾਰਾਜ ਨੇ ਕਿਹਾ ਇੱਥੇ ਰਹਿਣਾ ਨਹੀਂ, ਜੇ ਗੱਦੀਆਂ ਲਾਣੀਆਂ ਨੇ ਤੇ ਚਲਾ ਜਾ ਇੱਥੋਂ। ਅਬ ਹੀ ਉਠ ਮਾਰਗ ਕੋ ਲਹੀ ਹੈ। ਹੁਣੇ ਹੀ ਆਪਣਾ ਰਸਤਾ ਨਾਪ ਲੈ, ਹੁਣੇ ਹੀ ਕਰਤਾਰਪੁਰ ਦਾ ਜਿੱਧਰ ਮਰਜ਼ੀ ਜਾ, ਪਰ ਕੀਰਤਪੁਰ 'ਚ ਨਹੀਂ ਰਹਿਣਾ। ਇਹ ਬਚਨ ਮਹਾਰਾਜ ਦਾ ਸਿੱਖਾਂ ਨੇ ਜਦੋਂ ਸੁਣਾਇਆ, ਧੀਰਮਲ ਬਹੁਤ ਨਿਰਾਦਰ ਕਰਕੇ ਬੜਾ ਦੁਖੀ ਹੋ ਕੇ ਸਾਧ ਸੰਗਤ ਜੀ ਇਹ ਚਲਾ ਗਿਆ। ਤੇ ਪਰ ਮੁੜ ਕੇ ਗੁਰੂ ਘਰ ਦਾ ਵਿਰੋਧੀ ਹੀ ਬਣਿਆ ਰਿਹਾ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ